ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਸਭਨਾਂ ਦਾ ਅਕਾਲੀ ਟੀਵੀ ਉੱਪਰ। ਹਰ ਸ਼ਨੀਵਾਰ ਦੀ ਤਰ੍ਹਾਂ ਹਾਜ਼ਰ ਹਾਂ ਪ੍ਰੋਗਰਾਮ ਸਾਂਝ ਇਤਿਹਾਸ ਦੀ ਲੈ ਕੇ। ਸਾਂਝ ਇਤਿਹਾਸ ਦੀ ਪ੍ਰੋਗਰਾਮ ਵਿੱਚ ਆਪਾਂ ਹਮੇਸ਼ਾ ਇਤਿਹਾਸ ਦੇ ਕਿਸੇ ਨਾ ਕਿਸੇ ਪਹਿਲੂ 'ਤੇ ਚਰਚਾ ਕਰਨ ਦਾ ਯਤਨ ਕਰਦੇ ਹਾਂ। ਅੱਜ ਦਾ ਦਿਨ ਜਿਹੜਾ ਇਤਿਹਾਸ ਨਾਲ ਸੰਬੰਧਿਤ ਹੈ, ਜਿਸ ਬਾਰੇ ਆਪਾਂ ਗੱਲ ਕਰਨੀ ਚਾਹੁੰਦੇ ਹਾਂ, ਉਹ ਹੈ ਸਿੱਖਾਂ ਦਾ ਸਭ ਤੋਂ ਛੋਟਾ ਰਾਜਾ, ਜਿਹਦਾ ਇਤਿਹਾਸ ਬਹੁਤ ਵਾਰ ਸਾਡੀਆਂ ਅੱਖਾਂ ਤੋਂ ਪਰੋਖਾ ਰਿਹਾ। ਔਰ ਉਸ ਰਾਜੇ ਨੇ ਜਿਹੜੀ ਜੱਦੋ-ਜਹਿਦ ਪੰਜਾਬ ਲਈ ਜਾਂ ਰਾਜ ਲਈ ਕੀਤੀ, ਉਹਦੇ 'ਤੇ ਬਹੁਤੀ ਚਰਚਾ ਜਿਹੜੀ ਆ ਉਹ ਸਾਡੇ ਵੱਲੋਂ ਜਾਂ ਸਾਡੇ ਇਤਿਹਾਸਕਾਰਾਂ ਵੱਲੋਂ ਬਾਖੂਬੀ ਨਹੀਂ ਕੀਤੀ ਗਈ, ਜਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਪੂਰੀ ਬਰੀਕੀ ਨਾਲ, ਪੂਰੀ ਸਮਝ ਨਾਲ ਵੇਖਣ ਦਾ ਯਤਨ ਜਿਹੜਾ ਆ ਉਹ ਨਹੀਂ ਕੀਤਾ ਗਿਆ। ਸੋ ਇਤਿਹਾਸ ਦੀ ਜਦੋਂ ਵੀ ਤੁਸੀਂ ਗੱਲ ਕਰਨੀ ਹੈ, ਉਦੋਂ ਬਹੁਤ ਜ਼ਰੂਰੀ ਹੁੰਦਾ ਵੀ ਆਪਾਂ ਇਤਿਹਾਸ ਦੇ ਕੁਝ ਨੁਕਤੇ ਨਿਗਾਹ ਜਿਹੜੇ ਆ, ਵੀ ਜਦੋਂ ਇਤਿਹਾਸ ਦਾ ਮਤਲਬ ਹੁੰਦਾ ਬੀਤਿਆ ਕੱਲ੍ਹ, ਔਰ ਤੁਸੀਂ ਉਹਨੂੰ ਅੱਜ ਜਿਹੜਾ ਚੱਲ ਰਿਹਾ ਆ ਉਹਦੇ ਨਾਲ ਜੋੜ ਕੇ ਵੇਖਣਾ ਹੁੰਦਾ। ਫਿਰ ਇਤਿਹਾਸ ਦੇ ਮੀਨਿੰਗ ਸਮਝ ਵਿੱਚ ਆਉਂਦੇ ਆ। ਫਿਰ ਸਮਝਿਓ ਗੱਲ ਨੂੰ, ਇਤਿਹਾਸ ਦਾ ਮਤਲਬ ਹੁੰਦਾ ਬੀਤਿਆ ਕੱਲ੍ਹ, ਉਹਨੂੰ ਅੱਜ ਨਾਲ ਜੋੜ ਕੇ ਵੇਖਣਾ ਹੁੰਦਾ। ਜੇ ਤੁਹਾਡਾ ਇਤਿਹਾਸ ਤੁਸੀਂ ਅੱਜ ਨਾਲ ਜੋੜ ਕੇ ਨਹੀਂ ਵੇਖ ਪਾ ਰਹੇ, ਤਾਂ ਫਿਰ ਤੁਸੀਂ ਇਤਿਹਾਸ ਨੂੰ ਜਿੰਨਾ ਮਰਜ਼ੀ ਪੜ੍ਹੀ ਲਿਖੀ ਸੁਣੀ ਜਾਓ, ਉਹਦੇ ਕੋਈ ਬਹੁਤੇ ਅਰਥ ਨਹੀਂ ਬਣਦੇ। ਇਤਿਹਾਸ ਤੁਹਾਨੂੰ ਆਪਣਾ ਲੱਗਣਾ ਹੀ ਉਦੋਂ ਹੈ, ਔਰ ਇਤਿਹਾਸ ਵਿੱਚੋਂ ਤੁਸੀਂ ਸਿੱਖ ਹੀ ਉਦੋਂ ਪਾਉਣਾ ਆ ਜਦੋਂ ਤੁਸੀਂ ਬੀਤੇ ਕੱਲ੍ਹ ਨੂੰ ਅੱਜ ਨਾਲ ਜੋੜਨਾ ਹੈ। ਔਰ ਜਦੋਂ ਬੀਤਿਆ ਕੱਲ੍ਹ ਅੱਜ ਨਾਲ ਜੁੜੇਗਾ, ਫਿਰ ਉਹ ਤੁਹਾਡੀ ਭਵਿੱਖ ਦੀ ਪਲੈਨਿੰਗ ਕਰੇਗਾ। ਫਿਰ ਤੁਹਾਨੂੰ ਉਹ ਭਵਿੱਖ ਦੀ ਜਿਹੜੀ ਹੈ ਉਹ ਪਲੈਨਿੰਗ ਕਰਕੇ ਉਹ ਦਿਸ਼ਾ ਨਿਰਦੇਸ਼ ਤੁਹਾਨੂੰ ਦੇਗਾ, ਜਿਹਦੇ ਨਾਲ ਤੁਸੀਂ ਆਪਣੇ ਭਵਿੱਖ ਦੀ ਕਲਪਨਾ ਕਰ ਸਕਦੇ ਹੋ। ਸੋ ਦੁਨੀਆ ਭਰ ਵਿੱਚ ਵਸਦੇ ਨਾਨਕ ਨਾਮ ਲੈਵਾ ਸਿੱਖ ਜਿਹੜੇ ਆ, ਜਦੋਂ ਵੀ ਆਪਣੇ ਇਤਿਹਾਸ ਨੂੰ ਵੇਖਣ, ਉਹਨੂੰ ਅੱਜ ਨਾਲ ਜੋੜ ਕੇ ਵੇਖਿਓ। ਫਿਰ ਉਹਦੇ ਵਿੱਚੋਂ ਤੁਸੀਂ ਭਵਿੱਖ ਦੀ ਪਲੈਨਿੰਗ ਕਰ ਸਕਦੇ ਹਾਂ ਵੀ ਜੇ ਇਤਿਹਾਸ ਵਿੱਚ ਇੱਦਾਂ ਸੀ ਅਤੇ ਐਂ ਹੋਇਆ, ਅੱਜ ਇਹਨੂੰ ਅਸੀਂ ਇਸ ਰੂਪ ਵਿੱਚ ਸਮਝਾਂਗੇ। ਜੇ ਅੱਜ ਇਹਨੂੰ ਅਸੀਂ ਇਸ ਦੌਰ ਵਿੱਚ ਸਮਝ ਲੈਂਦੇ ਹਾਂ, ਅਤੇ ਆਉਣ ਵਾਲੇ ਸਮੇਂ ਵਿੱਚ ਇਹਦੇ ਫਾਇਦੇ ਜਾਂ ਨੁਕਸਾਨ ਕੀ ਹੋਣਗੇ, ਇਹ ਗੱਲ ਅਸੀਂ ਬੜੀ ਬਰੀਕੀ ਨਾਲ ਸਮਝ ਸਕਦੇ ਹਾਂ, ਜਾਣ ਸਕਦੇ ਹਾਂ। ਤੁਸੀਂ ਵੇਖੋ, ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਦੋਂ ਮਤਲਬ ਐਂ ਕਹਿ ਲਓ ਵੀ ਪੂਰੀ ਜਿਹੜੀ ਬ੍ਰਿਟਿਸ਼ ਗੌਰਮੈਂਟ ਆ, ਬ੍ਰਿਟਿਸ਼ ਸਰਕਾਰ ਆ, ਉਹਦਾ ਪੂਰੇ ਭਾਰਤ ਵਿੱਚ ਬੋਲਬਾਲਾ ਆ, ਸਿਵਾਏ ਪੰਜਾਬ ਨੂੰ ਛੱਡ ਕੇ। ਪੰਜਾਬ ਵਿੱਚ ਉਹਨਾਂ ਦਾ ਬੋਲਬਾਲਾ ਨਹੀਂ ਹੈ, ਪੂਰੇ ਭਾਰਤ ਵਿੱਚ ਉਹਨਾਂ ਦਾ ਬੋਲਬਾਲਾ ਆ। ਇੱਥੇ ਰਾਜਪੂਤ ਘਰਾਣੇ ਵੀ ਆ, ਇੱਥੇ ਮਰਾਠੇ ਘਰਾਣੇ ਵੀ ਆ, ਇੱਥੇ ਬਹੁਤ ਵੱਡੀਆਂ ਵੱਡੀਆਂ ਤਾਕਤਾਂ, ਮੁਗਲ ਸਲਤਨਤ ਨਾਲ ਸੰਬੰਧ ਰੱਖਦੇ ਲੋਕ ਵੀ ਆ। ਪਰ ਸਾਰੇ ਦਾ ਸਾਰਾ ਭਾਰਤ ਜਿਹੜਾ ਆ, ਈਵਨ ਭਾਰਤ ਹੀ ਨਹੀਂ ਇਕੱਲਾ, ਅਫਗਾਨੀ ਲੋਕ ਵੀ ਸਹਿਮੇ ਹੋਏ ਆ, ਭਾਰਤੀ ਲੋਕ ਵੀ ਸਹਿਮੇ ਹੋਏ ਆ। ਔਰ ਪੂਰੇ ਸਿਲਸਿਲੇ ਦੇ ਵਿੱਚ ਜਿਹੜੀ ਬ੍ਰਿਟਿਸ਼ ਗੌਰਮੈਂਟ ਆ, ਜਿਹੜੇ ਅੰਗਰੇਜ਼ ਸ਼ਾਸਕ ਆ, ਉਹਨਾਂ ਦਾ ਰਾਜ ਪ੍ਰਬੰਧ ਚੱਲਦਾ ਆ। ਪਰ ਉਹਨਾਂ ਦੀ ਇੰਨੀ ਹਿੰਮਤ ਨਹੀਂ ਪੈਂਦੀ ਵੀ ਉਹ ਅੱਖ ਪੁੱਟ ਕੇ ਪੰਜਾਬ ਵੱਲ ਵੇਖ ਸਕਣ, ਉਹਨਾਂ ਦੀ ਨਿਗਾਹ ਪੰਜਾਬ ਵਾਲੇ ਬੰਨੇ ਨੂੰ ਆ ਸਕੇ। ਇਹ ਕਿਉਂ ਹੈ? ਕਿਉਂਕਿ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸੱਚ ਰਾਜ ਨੂੰ ਸਲਾਮਤ ਰੱਖਣ ਵਾਲਾ, ਜਿਹੜਾ ਜ਼ਿੰਦਗੀ ਜਿਉਣ ਦਾ ਤਰੀਕਾ ਸਹੀ ਅਰਥਾਂ ਵਿੱਚ ਸਮਝਦਾ ਆ, ਜਿਹੜਾ ਜਾਣਦਾ ਆ ਵੀ ਇਤਿਹਾਸ ਦੇ ਪੰਨੇ ਕਿਵੇਂ ਵੇਖੇ ਜਾਣੇ ਆ, ਜਾਂ ਕਿਹੜੇ ਢੰਗ ਨਾਲ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖਿਆ ਜਾਣਾ, ਉਹ ਉਸ ਸਿਲਸਿਲੇ ਨੂੰ ਸਮਝਣ ਲਈ ਤਿਆਰ ਨਹੀਂ। ਉਹ ਸਾਰੀ ਕਹਾਣੀ, ਔਰ ਮਹਾਰਾਜਾ ਰਣਜੀਤ ਸਿੰਘ, ਉਹ ਕਿਤਾਬਾਂ ਪੜ੍ਹ ਕੇ ਵੇਖਿਓ, ਉਹ ਕਿਤਾਬ ਹੱਥ 'ਚ ਲਿਆ ਕੇ ਵੇਖਿਓ,
ਜਿਨ੍ਹਾਂ ਕਿਤਾਬਾਂ ਦੇ ਆਸਰੇ ਤੇ ਤੁਸੀਂ ਆਪਣੇ ਇਹਨਾਂ ਵੱਡ ਵਡੇਰਿਆਂ ਦਾ ਇਤਿਹਾਸ ਵਾਚ ਸਕਦੇ ਹੋ। 1839 ਦਾ ਉਹ ਸਮਾਂ ਆਉਂਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਅਖੀਰਲੇ ਪੜਾਅ ਤੇ ਆ, ਔਰ ਉਸ ਅਖੀਰਲੇ ਪੜਾਅ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਪਹੁੰਚਦੇ ਆ ਤੋ ਇੱਕ ਰਾਜ ਦਰਬਾਰ ਸੱਦਦੇ ਆ ਤੇ ਧਿਆਨ ਸਿੰਘ ਉਸ ਵੇਲੇ ਜਿਹੜਾ ਆ ਉਹ ਮੇਨ ਉਹਦੇ ਵਿੱਚ ਰਾਜ ਭਾਗ ਵਿੱਚ ਖਾਸ ਬੰਦਾ ਆ। ਤੇ ਮਹਾਰਾਜਾ ਰਣਜੀਤ ਸਿੰਘ ਇੱਕ ਸਭਾ ਸੱਦ ਕੇ ਰਾਜ ਦਰਬਾਰ ਲੱਗਦਾ ਆ ਤੇ ਉਸ ਰਾਜ ਦਰਬਾਰ ਦੇ ਵਿੱਚ ਧਿਆਨ ਸਿੰਘ ਨੂੰ ਸੰਬੋਧਨ ਹੁੰਦੇ ਆ ਜਿਹੜੇ ਆ ਉਹ ਬੜੀ ਪਿਆਰੀ ਗੱਲ ਕਰਦੇ, ਸੁਣੀ ਨਾਲ ਧਿਆਨ ਧਿਆਨ ਸਿੰਘਾ, ਚਿੱਟੀ ਦੁੱਧ ਪੰਜਾਬ ਦੀ ਪੱਗ ਸਿੰਘਾ। ਚਿੱਟੇ ਦੁੱਧ ਰੰਗੀ ਪੰਜਾਬ ਦੀ ਪੱਗ ਹੈ, ਪੱਗ ਨਹੀਂ ਇਹ ਪੱਤ ਪੰਜਾਬ ਦੀ ਹੈ, ਜਾਵੇ ਦਾਗ ਨਾ ਇਸ ਨੂੰ ਲੱਗ ਸਿੰਘਾ, ਲੱਗ ਜਾਣ ਸੌਖੇ ਧੋਣੇ ਬੜੇ ਔਖੇ। ਦਾਗ ਲਾਉਣਾ ਸੌਖਾ ਆ ਪਰ ਧੋਣਾ ਬਹੁਤ ਔਖਾ ਆ। ਤਾਨੇ ਵੱਖਰੇ ਦੇਵ ਦਾ ਜੱਗ ਸਿੰਘਾ, ਜੱਗ ਵਿੱਚੋਂ ਜੇ ਜਸ ਨੂੰ ਖੱਟਣਾ ਈ, ਮਾਰੀ ਠੱਗੀ ਤੇ ਨਾ ਬਣੀ ਠੱਗ ਸਿੰਘਾ। ਠੱਗੀ ਮਾਰ ਕੇ ਕਿਤੇ ਠੱਗ ਨਾ ਬਣ ਜਾਈ, ਠੱਗੀ ਮਾਰ ਕੇ ਠੱਗ ਨਾ ਬਣੀ। ਠੱਗੀ ਮਾਰ ਕੇ ਠੱਗ ਬਣੇਗਾ ਤਾਂ ਵੇਖੀ ਧਿਆਨ ਸਿੰਘਾ ਵੀ ਤੈਨੂੰ ਸਾੜੂ ਤਿੰਨਾਂ ਨੂੰ ਦੋਜਕ ਦੀ ਅੱਗ ਸਿੰਘਾ, ਠੱਗਣ ਵਾਲੇ ਵੀ ਵੱਜਦੇ ਠੱਗ ਇੱਕ ਦਿਨ। ਜੇ ਠੱਗੀ ਮਾਰੇਗਾ ਤੇ ਇੱਕ ਦਿਨ ਠੱਗਾਂ 'ਚ ਨਾਮ ਲਿਖਿਆ ਜਾਊਗਾ। ਸਾੜੂ ਤਿੰਨਾਂ ਨੂੰ ਦੋਜਕ ਦੀ ਅੱਗ ਸਿੰਘਾ, ਅੱਗ ਲੱਗੀ ਤੇ ਡੱਬੂ ਨਾ ਬਣ ਜਾਵੀਂ। ਡੱਬੂ ਅਸੀਂ ਇੱਕ ਵੀ ਅੱਗ ਲਾ ਕੇ ਡੱਬੂ ਕੰਧ ਤੇ, ਅੱਗ ਲੱਗੀ ਤੇ ਡੱਬੂ ਨਾ ਬਣ ਜਾਵੀਂ, ਬਖਸ਼ੂ ਨਹੀਂ ਨਿਰਦੋਸ਼ ਵੀ ਰੱਬ ਸਿੰਘਾ। ਸੋ ਇਹ ਧਿਆਨ ਸਿੰਘ ਨੂੰ ਸੰਬੋਧਨ ਕਰਕੇ, ਸਾਰੇ ਹੀ ਸਿੱਖ ਸਰਦਾਰਾਂ ਨੂੰ ਸੰਬੋਧਨ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਇਸ ਗੱਲ ਨੂੰ ਬੜੇ ਧਿਆਨ ਨਾਲ ਸਮਝਿਓ, ਇਸ ਗੱਲ ਨੂੰ ਬੜੀ ਬਰੀਕੀ ਨਾਲ ਸਮਝਣ ਦਾ ਯਤਨ ਕਰਿਓ। ਜੇ ਇਹਨੂੰ ਤੁਸੀਂ ਬਰੀਕੀ ਨਾਲ ਸਮਝੋਗੇ ਤਾਂ ਤੁਹਾਨੂੰ ਇਹ ਗੱਲ ਬੜੇ ਸੌਖੇ ਢੰਗ ਨਾਲ ਔਰ ਬੜੇ ਸੁਖਾਲੇ ਢੰਗ ਨਾਲ ਸਮਝ ਆਊਗੀ। ਔਰ ਇੱਕ ਜਿਹੜੀ ਉਹ ਆਖਰੀ ਤਕਰੀਰ ਮਹਾਰਾਜਾ ਰਣਜੀਤ ਸਿੰਘ ਦੀ ਕਰਦੇ ਵੀ ਇਸ ਪੰਜਾਬ ਦੇ ਫੁੱਲ ਜਿਹੜੇ ਆ ਉਹਨਾਂ ਨੂੰ ਮੁਰਝਾਉਣ ਨਾ ਦਿਓ, ਤੇ ਉਹ ਮੁਰਝਾਉਣਗੇ ਤਾਂ ਜੇ ਤੁਸੀਂ ਆਪੋ ਧਾੜ ਹੋ ਜਾਓਗੇ। ਮੈਂ ਪਹਿਲਾਂ ਕਿਹਾ ਸੀ ਵੀ ਇਤਿਹਾਸ ਨੂੰ ਮੌਜੂਦਾ ਦੌਰ ਵਿੱਚ ਲਿਆ ਕੇ ਵੇਖੋਗੇ ਤੇ ਤੁਹਾਨੂੰ ਗੱਲ ਸਮਝ ਲੱਗੂਗੀ। ਜਿਹੜੀ ਗੱਲ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਅਖੀਰਲੇ ਸਾਹ ਲੈਂਦਿਆਂ ਸਿੱਖਾਂ ਨੂੰ ਕਹਿ ਰਹੇ ਆ ਕਿ ਅੱਜ ਇਹ ਗੱਲ ਸਿੱਖਾਂ ਨਾਲ ਕਰਨ ਦੀ ਲੋੜ ਨਹੀਂ, ਅੱਜ ਨਹੀਂ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਵੀ ਅਸੀਂ ਏਕੇ ਦੇ ਸੂਤਰ ਵਿੱਚ ਕਿਵੇਂ ਪਰੋਏ ਜਾ ਸਕਦੇ ਹਾਂ। ਜਿਹੜੇ ਵੀ ਬੰਦੇ ਸਿੱਖੀ ਸਿਧਾਂਤਾਂ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਨਾ ਚਾਹੁੰਦੇ ਆ, ਉਹਨਾਂ ਸਾਰੇ ਹੀ ਸਿਲਸਿਲੇ ਦੇ ਬਾਰੇ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਹੋਵੇ ਸਾਨੂੰ ਸੁਚੇਤ ਹੋ ਕੇ, ਸਪਸ਼ਟ ਹੋ ਕੇ, ਇਹ ਨਹੀਂ ਵੀ ਮੂੰਹ 'ਚ ਘੁੰਗੜੀਆਂ ਜੀਆਂ ਪਾ ਲਈਏ, ਡਰ ਜਿਹਾ ਲੱਗੇ ਸਾਨੂੰ। ਠੀਕ ਆ, ਕੋਈ ਕਿਸੇ ਤਰ੍ਹਾਂ ਦੀ ਧਿਰ ਹੋਵੇ, ਕੋਈ ਕਿਸੇ ਤਰ੍ਹਾਂ ਦੀ ਧਿਰ ਹੋਵੇ, ਪਰ ਅਸੀਂ ਨਿਊਟਰਲ ਹੋ ਕੇ ਸਿੱਖ ਵਿਰਾਸਤ ਦੀ ਗੱਲ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਦੀ ਗੱਲ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ, ਅਸੀਂ ਵਾਚਣ ਦਾ ਯਤਨ ਕਰਾਂਗੇ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਸਮਝ ਕੇ ਸਮਾਜ ਦੇ ਸਾਹਮਣੇ ਜਿਹੜੀ ਹੈ ਉਹ ਤਵਾਰੀਖ ਲਿਆ ਸਕਾਂਗੇ। ਜਦੋਂ ਵੀ ਤੁਸੀਂ ਇਤਿਹਾਸ ਦੇ ਪੰਨਿਆਂ ਨੂੰ ਸਮਝਣਾ ਆ, ਜਦੋਂ ਵੀ ਜਾਣਨਾ ਆ, ਜਦੋਂ ਵੀ ਤੁਸੀਂ ਗੱਲ ਨੂੰ ਵੇਖਣਾ ਆ, ਤਾਂ ਤੁਸੀਂ ਇਸ ਰੂਪ ਵਿੱਚ ਜ਼ਰੂਰ ਧਿਆਨ ਨਾਲ ਵੇਖੋ। ਔਰ ਉਦੋਂ ਹੀ ਤੁਹਾਨੂੰ ਤੁਹਾਡੀ ਕੌਮ ਜਿਹੜੀ ਆ ਜਾਂ ਤੁਹਾਡਾ ਜਿਹੜਾ ਸਮਾਜ ਆ ਜਾਂ ਜਿਹੜੀ ਤੁਹਾਡੀ ਰੂਪ ਰੇਖਾ ਆ ਉਹ ਸਹੀ ਤੁਹਾਨੂੰ ਜਿਹੜੀ ਆ ਦਿਸ਼ਾ ਨਿਰਦੇਸ਼ ਕਰੂਗੀ ਔਰ ਤੁਸੀਂ ਸਹੀ ਮੰਜ਼ਿਲ ਵਾਲੇ ਬੰਨੇ ਪਹੁੰਚ ਸਕੋ। ਔਰ ਸਿੱਖਾਂ ਦੀ ਖੁਦਕਿਸਮਤੀ ਹੈ ਵੀ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਵਰਗਾ ਸਿਧਾਂਤਕ ਔਰ ਉਹ ਕ੍ਰਾਂਤੀਕਾਰੀ ਗ੍ਰੰਥ ਹੈ ਜਿਹੜਾ ਤੁਹਾਨੂੰ ਦੁਨੀਆ ਦੇ ਹਰ ਪਲੇਟਫਾਰਮ ਤੋਂ ਵੱਖਰਾ ਬਿਆਨ ਕਰਦਾ ਹੈ। ਇਹ ਗੱਲ ਵੱਖਰੀ ਹੈ। ਅੱਜ ਬਹੁਤਿਆਂ ਦਾ ਜ਼ੋਰ ਇਹ ਲੱਗਾ, ਕਹਿੰਦੇ ਵੀ ਜੇ ਗੁਰੂ ਗ੍ਰੰਥ ਸਾਹਿਬ ਹੀ ਇਕੱਲਾ ਰਹਿ ਗਿਆ ਤੇ ਸਿੱਖ ਅੰਮ੍ਰਿਤਧਾਰੀ ਨਕਲੀ ਹੋ ਜਾਣਾ, ਸਿੱਖ ਦੀ ਅਰਦਾਸ ਕਿੱਥੋਂ ਆਏਗੀ, ਸਿੱਖ ਦਾ ਇਹ ਕਿੱਥੋਂ ਆ। ਇਹ ਬੜੀਆਂ ਹਾਸੋਹੀਣੀਆਂ ਗੱਲਾਂ ਹੁੰਦੀਆਂ ਆ। ਤੁਸੀਂ ਕਿਸੇ ਵੀ ਪਲੇਟਫਾਰਮ ਤੇ ਬਹਿ ਕੇ ਇਸ ਗੱਲ ਦੀ ਚਰਚਾ ਕਰ ਸਕਦੇ ਹੋ ਔਰ ਤੁਹਾਨੂੰ ਇਸ ਗੱਲ ਦੇ ਬਾਰੇ ਜਿਹੜਾ ਆ ਉਹ ਗੌਰ ਹੋਣਾ ਚਾਹੀਦਾ। ਪਰ ਗੱਲ ਉਹ ਬੜੀ ਪਿਆਰੀ, ਮੈਂ ਇਤਿਹਾਸ ਵਿੱਚੋਂ ਪੜ੍ਹਦਾ ਹੁੰਨਾ ਵੀ ਜਦੋਂ ਵੀ ਤੁਸੀਂ ਇਤਿਹਾਸ ਦੇ ਪੰਨੇ ਫਰੋਲਣੇ ਆ
तो बड़े प्यारे किसी अदीब दे बोल आ, वो कहता आप गैरों की बात करते हैं, आप गैरों की बात करते हैं, हमने अपने भी अजमाए हैं। तुसी गैरां दी गल करदे हो, असीं अपने भी अजमा के वेख्या। लोग कांटों से बचकर चलते हैं, हमने फूलों से जख्म खाए हैं। लोग कंडियां तो बचदे आ, असीं फुल्लां तो भी जख्म खादे आ। असीं फुल्लां तो भी जख्म खा के जख्म खा के परेशान होए। सो ये जरूरी हुंदा भी तुहानूं फुੱਲ जख्मी कर रहा है। फुੱਲ जख्मी करन दा अर्थ हुंदा भी जिन्हों तुसीं कहने भी इहदे तो बचण दी की लोड़ है, ये किहड़ा खतरनाक है, इहदे नाल की नुकसान हो जाएगा, जां इहदे नाल साडा कोई भी नुकसान नहीं हो सकदा। सो उस वेले असीं साडे सामने क्योंकि फुੱਲ समझ लिया ध्यान सिंह नूं ते सिखां ने जिहड़ा आ वो खता खाधी और असीं वो सारा खमियाजा जिहड़ा आ वो भुगतिया। जदों जदों ध्यान सिंह डोगरा बिरती दे बंदे तुहाडे विच आण के तुहानूं सारिਆਂ, और मैं एक गल होर तुहाडे नाल साझी कर लेनी चाहुंदा क्योंकि बाबा दलीप सिंह असीं महाराजा दलीप सिंह दी गल करनी है, तो वो सारे सिलसिले नूं असीं जदों ध्यान नाल समझण दा यतन करांगे तो सानूं सहजे ही इस गल दी समझ लग जानी है भी 4 सितंबर नूं 1838 विच जन्म हुंदा आ दलीप सिंह दा। लाहौर की धरती ते महाराणी जिंद कौर की कुखों उन्हां दी इकलौती औलाद है दलीप सिंह। ਇਹਦੇ बारे जे तुसी थोड़ा जिहा ध्यान नाल पढ़ना होवे तां वैसे सिख राज किवें गया ते किवें बणिया सोहण सिंह सीतल दीयां बड़ियां प्यारियां किताबां है, और मैनूं लगदा हर एक सिख नूं पढ़नी चाहिदी है। न्यूट्रल जे हो के हर एक सिख नूं वो किताब हर सिख दे घर विच रहनी चाहिदी है। अपने बच्चों नूं जरूर दसो असीं कदी राज भाग दे मालक हुंदे सी ते इस तरह दा साडा राज हुंदा सी ते वो राज गया किवें, वो जरूर पढ़ायो किताब। बणिया असी राज भाग दे मालक सां ते वो राज भाग गया कि। सो 39 विच शेरे पंजाब महाराजा रणजीत सिंह जी अखां मीटदे आ ते साहित्यकारां ने इतिहासकारां ने लिखिया भी चल कला शेर नहीं चिखा दे विच सड़िया, सड़ गई तकदीर पंजाबियां दी। महाराजा रणजीत सिंह दे नाल पंजाब दा बहुत कुछ सड़ गया। लोग कहते राणियां सती हो गई, लोग कहते वो बहुत सारे लोग जोड़े आ मुरझा के, पर मैनूं ऐ लगदा पंजाब दी एक तस्वीर जिहड़ी सच्चे पातशाह गुरु नानक साहब जी ने सिरजी सी, उहनूं सही अर्थां च पेश करन वाले महाराजा रणजीत सिंह जदों चिखा विच सड़े ते बहुत कुछ उन्हां दा उस चिखा विच सड़ गया। ਉਹਦੇ ਤੋਂ ਬਾਅਦ उस चिखा ਨੂੰ ਦੇ ਵਿੱਚੋਂ उस सड़े ਹੋਏ ਨੂੰ ਵੇਖਣ ਦੀ ਤਾਂਘ ਜਿਹੜੀ ਆ ਉਹ ਕਿੱਥੋਂ ਤੁਰਨੀ ਸੀ, ਕਿਉਂਕਿ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੇ ਵਿੱਚ ਕਿਸੇ ਇੱਕ ਵੀ ਗੈਰ ਸਿੱਖ ਨੂੰ ਫਾਂਸੀ ਨਹੀਂ ਹੋਈ, ਗੈਰ ਸਿੱਖ ਦਾ ਕਤਲ ਨਹੀਂ ਹੋਇਆ, ਗੈਰ ਸਿੱਖ ਨੂੰ ਜਾਨ ਤੋਂ ਹੱਥ ਨਹੀਂ ਧੋਣੇ ਪਏ। ਉਸੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੇ ਵਿੱਚ चंद दिनों में खड़क सिंह का कतल, कंवर नौ निहाल सिंह का कतल, संधे वालियां का कतल, लहणा सिंह, मतलब इदा कर लो भी 200-250 कतल इदा लिस्ट में हो गए भी ऐ बिल्कुल उस राज घराने और ओदी शातर बुद्धि पिछे जिहड़ा आ वो ध्यान सिंह, हीरा सिंह होनी, लाल सिंह होनी, तेज सिंह होनी, ये बंदे जिहड़े आ वो बैठे सन। हुण महाराजा दलीप सिंह सब तो छोटी उम्र का, इतिहासकारां ने लिखा भी वो 5.5-6 साल का बच्चा सी जदों राज गद्दी का तिलक उहनूं लगा, और उहदे पिछे भी राज गद्दी का तिलक दलीप सिंह नूं लाओ, सारा प्रबंध साडे हत्थ विच होएगा, ये बच्चा आ, इहनूं बहुती समझ नहीं लगनी। मैं तां ही कहना भी अज भी तुहाडे सामने बंदे मोहरे बना के ते पिछे अपने काम कोई होर करवा रहा हुंदा है, तुसी मोहरियां दी पछाण नहीं कर पाउंदे। तुसी सिख बहुत मतलब दूर अंदेश है। गुरु साहब जी कहंदे दे लम्मी नदर निहाली है, अगों दे जे चेतीए तां कायत मिले सजाए वाली गल। बाणी कहंदी है भी तू बहुत गंभीरता नाल हर एक चीज़ नूं सोचना आ, पर असीं कदी भी गंभीरता नाल इन्हां सारियां चीज़ां नूं, साडे वास्ते एक महज एक इतिहास का पन्ना हुंदा आ। असीं ये वेखना भी इत्थे जन्म होया, इदां वो खेडिया, जवान होया ते उहदे तों बाद वो इस फानी दुनिया नूं अलविदा कह गया। सच्ची मुच्ची अद्धे घंटे च, 1.5 घंटे च, 2 घंटियां च दलीप सिंह बारे बहुत कुछ नहीं कहा जा सकदा।
ਦਲੀਪ ਸਿੰਘ ਦੁਨੀਆ ਦੇ ਅੰਦਰ ਸੱਚੀ ਮੁੱਚੀ ਬੜੀ ਇੱਕ ਤੁਹਾਡੀ ਸਿੱਖਾਂ ਦੀ ਉਹ ਤਸਵੀਰ ਨੂੰ ਪੇਸ਼ ਕਰਦਾ ਆ ਅਖੀਰਲੇ ਸਮੇਂ, ਜਦੋਂ ਠਾਕੁਰ ਸਿੰਘ ਸੰਧਾਵਾਲੀਆ, ਜਦੋਂ ਗਿਆਨੀ ਪ੍ਰਤਾਪ ਸਿੰਘ ਜੀ ਹੋਣੀ, ਉਹ ਸਾਰੀਆਂ ਤੁਸੀਂ ਇਹਨਾਂ ਕੜੀਆਂ ਨੂੰ ਪੜ੍ਹ ਕੇ ਵੇਖੋਗੇ ਵੀ ਦਲੀਪ ਸਿੰਘ ਬੱਚਾ ਆ, ਉਹਨੂੰ ਗੱਦੀ ਤੇ ਬਿਠਾਇਆ ਜਾਏ ਤੇ ਮਰਜ਼ੀਆਂ ਆਪਣੀਆਂ ਕੀਤੀਆਂ ਜਾਣ। ਇਹ ਹੀਰਾ ਸਿੰਘ ਹੋਣਾ ਦੀ ਜਾਂ ਉਹ ਸਾਰੀ ਡੋਗਰਾ ਨੀਤੀ ਦੀ ਪਲੈਨਿੰਗ ਹੈ। ਤੁਸੀਂ ਦੁਖੀਏ ਮਾਂ ਪੁੱਤ ਕਿਤਾਬ ਪੜ੍ਹੋਗੇ, ਸੋਹਣ ਸਿੰਘ ਸੀਤਲ ਹੋਣਾ ਦੀ ਲਿਖੀ, ਤੁਹਾਨੂੰ ਸਮਝ ਲੱਗ ਜਾਏਗੀ। ਮਹਾਰਾਣੀ ਜਿੰਦ ਕੌਰ ਦਲੀਪ ਸਿੰਘ ਨੂੰ ਗੱਦੀ ਤੇ ਬਿਠਾ ਕੇ ਤੇ ਮਹਾਰਾਣੀ ਜਿੰਦ ਕੌਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਜਾਂਦਾ ਲਾਹੌਰ ਵਿੱਚ। ਮਹਾਰਾਣੀ ਜਿੰਦ ਕੌਰ ਨੂੰ, ਹਾਲਾਂਕਿ ਪੁੱਤ ਰਾਜ ਤੇ ਬੈਠਾ ਹੋਵੇ ਤੇ ਮਾਂ ਨੂੰ ਗ੍ਰਿਫਤਾਰ ਕਰਨ ਦਾ ਮਤਲਬ ਕੀ ਹੈ, ਕਿਉਂਕਿ ਇਹ ਪਤਾ ਸੀ ਵੀ ਮਹਾਰਾਣੀ ਜਿੰਦ ਕੌਰ ਜੇ ਬਾਹਰ ਰਹੇਗੀ ਤੇ ਦਲੀਪ ਸਿੰਘ ਨੇ ਸਿੱਖ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਥਿਊਰੀ ਨਾਲ ਚਲਾਉਣਾ ਹੈ। ਇਸ ਲਈ ਮਹਾਰਾਜਾ ਰਣਜੀਤ ਸਿੰਘ ਦੀ ਥਿਊਰੀ ਨਾਲ ਪੰਜਾਬ ਨਾ ਚੱਲੇ, ਉਹ ਵਿਚਾਰਧਾਰਾ ਦਲੀਪ ਸਿੰਘ ਤੱਕ ਨਾ ਪਹੁੰਚੇ, ਉਹਦਾ ਜਿਹੜਾ ਸਭ ਤੋਂ ਵੱਡਾ ਸੋਰਸ ਆ ਉਹ ਮਾਂ ਆ। ਜਿਵੇਂ ਅੱਜ ਵੀ ਮਾਵਾਂ ਜਿਹੜੀਆਂ ਆ ਉਹ ਬੱਚਿਆਂ ਦੀ ਘਾੜਤ ਘੜਨ ਵਿੱਚ ਸਭ ਤੋਂ ਵੱਡੀਆਂ ਜ਼ਿੰਮੇਵਾਰ ਹੁੰਦੀਆਂ ਆ, ਔਰ ਇਹ ਠੀਕ ਆ, ਪਿਤਾ ਦਾ ਇੱਕ ਬਹੁਤ ਵੱਡਾ ਰੋਲ ਬੱਚਿਆਂ ਦੀ ਲਾਈਫ ਵਿੱਚ ਹੋ ਸਕਦਾ, ਪਰ ਅਸਲ ਵਿੱਚ ਮਾਂ ਆ ਬੱਚੇ ਦੀ ਅਸਲੀ ਤਸਵੀਰ ਜਿਹੜੀ ਹੈ ਉਹਨੇ ਪੇਸ਼ ਕਰਨੀ ਹੁੰਦੀ ਹੈ। ਇਸ ਗੱਲ ਨੂੰ ਗੋਰੇ ਚੰਗੀ ਤਰ੍ਹਾਂ ਜਾਣਦੇ ਸਨ, ਬ੍ਰਿਟਿਸ਼ ਗੌਰਮੈਂਟ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ, ਤੇ ਮਹਾਰਾਣੀ ਜਿੰਦ ਕੌਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਲਾਹੌਰ ਵਿੱਚ। ਪਰ ਹੁਣ ਵੇਖੋ, ਮਾਤਾ ਲਾਹੌਰ ਵਿੱਚ ਗ੍ਰਿਫਤਾਰ ਹੈ, ਪਰ ਪੁੱਤ ਦੇ ਜੇਨ ਵਿੱਚ ਫਿਰ ਵੀ ਪ੍ਰਭਾਵ ਹੈ, ਕਿਉਂਕਿ ਮਾਂ ਨਾਲ ਗੱਲ ਹੁੰਦੀ ਹੈ ਫਿਰ ਪੁੱਤ ਨਾਲ ਹੋ ਜਾਂਦੀ ਹੈ, ਪੁੱਤ ਦੀ ਗੱਲ ਮਾਂ ਤੱਕ ਪਹੁੰਚਦੀ ਹੈ, ਔਰ ਜਿਹੜਾ ਗੱਲ ਇਦਾਂ ਪਹੁੰਚਾ ਰਿਹਾ ਨਾ, ਉਹਦੇ ਰਾਹੀਂ ਵੀ ਦਲੀਪ ਸਿੰਘ ਜਿਹੜਾ ਆ ਉਸ ਤਰ੍ਹਾਂ ਨਾਲ ਆਪਣੇ ਸਾਰੇ ਸਿਲਸਿਲੇ ਨੂੰ ਸਮਝਦਾ ਆ। ਔਰ ਇਹ ਗੱਲ ਗੋਰਿਆਂ ਨੂੰ ਕਦੀ ਵੀ ਫਿੱਟ ਨਹੀਂ ਸੀ ਬੈਠਣੀ। ਉਹਨਾਂ ਨੇ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰ ਦੀ ਜੇਲ੍ਹ ਵਿੱਚ ਜਿਹੜਾ ਆ ਉਹ ਨਜ਼ਰਬੰਦ ਕਰ ਲਿਆ। ਹੁਣ ਸ਼ੇਖੂਪੁਰ ਤੋਂ ਵੀ ਉਹਨਾਂ ਨੂੰ ਲੱਗਿਆ ਵੀ ਅਜੇ ਵੀ ਕਿਤੇ ਮਹਾਰਾਜਾ ਰਣਜੀਤ ਸਿੰਘ ਵਾਲੀ ਵਿਚਾਰਧਾਰਾ ਮਹਾਰਾਣੀ ਜਿੰਦ ਕੌਰ ਜਿਹੜੀ ਉਹ ਰਾਜ ਘਰਾਣੇ ਵਿੱਚ ਨਾ ਲੈ ਆਵੇ, ਤੇ ਮਹਾਰਾਣੀ ਜਿੰਦ ਕੌਰ ਨੂੰ ਉੱਥੋਂ ਬਦਲ ਕੇ ਬਨਾਰਸ ਦੇ ਚਨਾਰ ਕਿਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਉਹ ਮਹਾਰਾਣੀ ਜਿੰਦ ਕੌਰ ਦੀ ਇੱਕ ਲੰਮੀ ਦਾਸਤਾਨ ਹੈ, ਉਸ ਬੰਨੇ ਆਪਾਂ ਨਹੀਂ ਜਾਂਦੇ। ਮਹਾਰਾਣੀ ਜਿੰਦ ਕੌਰ ਕਿਵੇਂ ਉਸ ਕਿਲੇ ਦੇ ਵਿੱਚੋਂ ਨਿਕਲੀ, ਕਿਵੇਂ ਉਹ ਨੇਪਾਲ ਦੇ ਰਾਜੇ ਜੰਗ ਬਹਾਦਰ ਕੋਲ ਪਹੁੰਚੀ, ਕਿਵੇਂ ਉਹਨੇ ਸਾਰਾ। ਹੁਣ ਵੇਖੋ, ਮਹਾਰਾਣੀ ਜਿੰਦ ਕੌਰ, ਥੋੜੀ ਜੀ ਗੱਲ ਜ਼ਰੂਰ ਧਿਆਨ ਨਾਲ ਸਮਝਿਓ ਵੀ ਮਹਾਰਾਣੀ ਜਿੰਦ ਕੌਰ ਬਾਰੇ ਇਸ ਤਰ੍ਹਾਂ ਦਾ ਸਾਹਿਤ ਵੀ ਅਗਲਿਆਂ ਨੇ ਲਿਖਤਾ ਵੀ ਮਹਾਰਾਣੀ ਜਿੰਦ ਕੌਰ ਗੋਰਿਆਂ ਨਾਲ ਰਲ ਗਈ ਸੀ। ਜਦੋਂ ਸਭਰਾਵਾਂ ਵਾਲੀ ਜੰਗ ਪੜੋਗੇ ਤੇ ਸਾਰੀ ਦੀ ਸਾਰੀ ਉਸ ਜੰਗ ਹਾਰਨ ਦੀ ਜਿੰਨੀ ਵੀ ਮਤਲਬ ਪਲੈਨਿੰਗ ਆ ਉਹ ਮਹਾਰਾਣੀ ਜਿੰਦ ਕੌਰ ਦੇ ਮੱਥੇ ਮੜ ਦਿੱਤੀ ਗਈ। ਕਿਉਂਕਿ ਆਪਾਂ ਹਮੇਸ਼ਾ ਇਹ ਜ਼ਿਕਰ ਤੁਹਾਡੇ ਨਾਲ ਕਰਦੇ ਵੀ ਇਤਿਹਾਸ ਨੂੰ ਪੜ੍ਹਨ ਲੱਗਿਆਂ ਤੁਹਾਡੇ ਕੋਲ ਬਿਰਤੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਾਲੀ ਚਾਹੀਦੀ ਹੈ, ਨਹੀਂ ਤਾਂ ਲਿਖਿਆ ਬਹੁਤ ਕੁਝ ਤੁਹਾਨੂੰ ਮਿਲੇਗਾ। ਸੋ ਮੌਜੂਦਾ ਦੌਰ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ, ਮੈਂ ਸ਼ੁਰੂਆਤ ਵਿੱਚ ਇੱਕ ਗੱਲ ਕਹੀ ਸੀ ਜਿਹਨੂੰ ਧਿਆਨ ਵਿੱਚ ਰੱਖਣਾ, ਵੀ ਇਤਿਹਾਸ ਨੂੰ ਹਮੇਸ਼ਾ ਅੱਜ ਨਾਲ ਜੋੜ ਕੇ ਵੇਖਣਾ ਹੁੰਦਾ ਹੈ। ਜੇ ਇਤਿਹਾਸ ਅੱਜ ਨਾਲ ਜੋੜ ਕੇ ਨਹੀਂ ਵੇਖਦੇ ਤੇ ਕਿਤਾਬਾਂ ਪੜ੍ਹਨ ਦਾ ਕੋਈ ਫਾਇਦਾ ਨਹੀਂ। ਜੇ ਇਤਿਹਾਸ ਨੂੰ ਤੁਸੀਂ ਅੱਜ ਨਾਲ ਜੋੜ ਕੇ ਨਹੀਂ ਵੇਖ ਪਾਉਂਦੇ, ਜਿਹੜੇ ਬੰਦੇ ਘਰ ਵਿੱਚ ਸੈਂਕੜੇ ਕਿਤਾਬਾਂ ਰੱਖ ਲਓ, ਤੁਸੀਂ ਲਾਇਬ੍ਰੇਰੀ ਬਣਾ ਲਓ ਆਪਣੇ ਘਰ ਨੂੰ, ਜ਼ਰੂਰੀ ਹੈ ਪੜ੍ਹਨਾ, ਪਰ ਉਹਨੂੰ ਅੱਜ ਨਾਲ ਜੋੜ ਕੇ ਵੇਖੋ। ਮਿਸਲਾਂ ਆਪਸ ਵਿੱਚ ਪਾਟੋ ਧਾੜ ਨੇ, ਮਹਾਰਾਜਾ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਿਆਂ ਕਰ ਲਿਆ ਤੇ ਸਿੱਖ ਰਾਜ ਕਾਇਮ ਹੋ ਗਿਆ। ਸਿੱਖ ਰਾਜ ਨੂੰ ਆਪੋ ਤਾਪ ਕਰਨ ਲਈ ਪੂਰੀ ਦੀ ਪੂਰੀ ਵਾਹ ਗੋਰਿਆਂ ਦੀ ਜਿਹੜੀ ਲੱਗੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟਣ ਦੇ ਠੀਕ 10 ਸਾਲ ਬਾਅਦ 1839 ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅੱਖਾਂ ਮੀਟਦੇ ਆ ਤੇ 1849 ਵਿੱਚ ਪੰਜਾਬ ਜਿਹੜਾ ਗੋਰਿਆਂ ਦੀ ਗ੍ਰਿਫਤ ਵਿੱਚ ਹੋ ਜਾਂਦਾ ਹੈ। ਔਰ ਉਸੇ ਦੌਰ ਵਿੱਚ ਜਦੋਂ ਇਹ ਵੀ ਹਾਲਾਤ ਜਿਹੜੇ ਆ ਸਾਡੇ ਸਾਹਮਣੇ ਆ ਵੀ ਜਦੋਂ ਦਲੀਪ ਸਿੰਘ ਮਹਾਰਾਣੀ ਜਿੰਦ ਕੌਰ ਨਾਲੋਂ ਦੂਰ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਲੱਗਿਆ ਵੀ ਇਹ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਵੀ ਰਹੇਗਾ ਤੇ ਇਹਦੇ ਜੇਨ ਵਿੱਚ ਪੰਜਾਬ, ਮਹਾਰਾਜਾ ਰਣਜੀਤ ਸਿੰਘ, ਕਲਗੀਧਰ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਇਹ ਸਾਰਾ ਕੁਝ ਇਹਦੇ ਜੇਨ ਵਿੱਚ ਆਉਣਾ ਆ। ਉਹਨੂੰ ਪੰਜਾਬ ਵਿੱਚੋਂ ਚੁੱਕ ਕੇ ਤੇ ਇੰਗਲੈਂਡ ਜਿਹੜਾ ਆ ਲੈ ਗਏ ਤਾਂ ਕਿ ਉਹਦੀ ਪਰਵਰਿਸ਼ ਹੀ ਇਸ ਢੰਗ ਨਾਲ ਹੋਵੇ ਵੀ ਉਹ ਬ੍ਰਿਟਿਸ਼ ਗੌਰਮੈਂਟ ਵਾਂਗ ਸੋਚੇ, ਉਹ ਦੂਜਿਆਂ ਵਾਂਗ ਸੋਚੇ,
ਉਹਦਾ ਦਿਮਾਗ ਬਦਲਿਆ ਜਾਏ, ਉਹਦੀ ਸੁਰਤ ਚੇਂਜ ਕੀਤੀ ਜਾਏ, ਉਹਦੇ ਸੋਚਣ ਸਮਝਣ ਦਾ ਢੰਗ ਬਦਲਿਆ ਜਾਏ, ਉਹਦਾ ਫਰੈਂਡ ਸਰਕਲ ਚੇਂਜ ਕੀਤਾ ਜਾਏ, ਉਹਦਾ ਆਲਾ ਦੁਆਲਾ ਚੇਂਜ ਕੀਤਾ ਜਾਏ। ਹੁਣ ਇੱਕ ਬੰਨੇ ਇਹ ਗੱਲ ਚੱਲਦੀ ਹੈ ਵੀ ਕਹਿੰਦੇ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਨਹੀਂ, ਤੇ ਇੱਕ ਬੰਨੇ ਜਿਨ੍ਹਾਂ ਨੇ ਦੁਨੀਆ ਤੇ ਰਾਜ ਕਰਨਾ ਹੁੰਦਾ, ਜਿਹੜੇ ਗੋਰਿਆਂ ਦੀਆਂ ਅੱਜ ਅਸੀਂ ਐਗਜ਼ਾਮਪਲਾਂ ਦਿੰਨੇ, ਉਹ ਗੋਰੇ ਕਿੱਦਾਂ ਸੋਚਦੇ ਆ, ਉਹ ਗੋਰੇ ਕਿਵੇਂ ਪਲੈਨਿੰਗ ਕਰਦੇ ਆ। ਉਹ ਇੱਕ ਛੋਟੇ ਜਿਹੇ 7 ਸਾਲ ਦੇ ਬੱਚੇ ਨੂੰ ਇੱਥੇ ਨਹੀਂ ਰਹਿਣ ਦਿੰਦੇ, ਉਹਨਾਂ ਨੂੰ ਪਤਾ ਵਾ ਵੀ ਇਹਦੀਆਂ ਫਿਜ਼ਾਵਾਂ ਵਿੱਚ ਗੁਰੂ ਨਾਨਕ ਦੀ ਸਿੱਖੀ ਘੁਲ ਜਾਣੀ ਹੈ, ਸਿੱਖ ਵਿਚਾਰਧਾਰਾ ਇਹਦੇ ਜੇਨ ਵਿੱਚ ਰਹਿਣੀ ਹੈ। ਉਹ ਵਾਪਸ ਉਹਨੂੰ ਇੰਗਲੈਂਡ ਲੈ ਜਾਂਦੇ ਆ, ਔਰ ਉੱਥੇ ਸਾਰਾ ਮਾਹੌਲ ਉਹਨੂੰ ਤਾਂ ਉਹਨੂੰ ਬਲੈਕ ਪ੍ਰਿੰਸ ਕਿਹਾ ਜਾਂਦਾ ਸੀ, ਕਿਉਂਕਿ ਇੰਡੀਆ ਦਾ ਰਹਿਣ ਵਾਲਾ ਸੀ, ਖਿਤਾਬ ਉਹਦੇ ਕੋਲ ਰਾਜੇ ਦਾ ਆ, ਰਹਿੰਦਾ ਉਹ ਗੋਰਿਆਂ ਵਿੱਚ ਹੈ, ਪਰ ਸੀ ਉਹ ਮਤਲਬ ਇੰਡੀਅਨ ਜਿਹੜੇ ਆ ਉਹ ਕਾਲੇ ਰੰਗ ਦੇ ਆ, ਤੇ ਗੋਰੇ ਅਸੀਂ ਉਹਨਾਂ ਨੂੰ ਗੋਰੇ ਰੰਗ, ਤਾਂ ਉਹਨੂੰ ਬਲੈਕ ਪ੍ਰਿੰਸ ਕਹਿੰਦੇ ਸੀ ਕਾਲਾ ਰਾਜਾ। ਹੁਣ ਉਸ ਦਲੀਪ ਸਿੰਘ ਦੇ ਤੁਸੀਂ ਥੋੜਾ ਜਿਹਾ ਧਿਆਨ ਜੇ ਇਹਨਾਂ ਚੀਜ਼ਾਂ ਵੱਲ ਸੱਚੀ ਮੁੱਚੀ ਬਰੀਕੀ ਨਾਲ, ਕਿਉਂਕਿ ਇਹ ਪੜ੍ਹਨਾ ਪੈਣਾ, ਲਿਖਣਾ ਪੈਣਾ, ਸਮਝਣਾ ਪੈਣਾ, ਕਿਤਾਬਾਂ ਨਾਲ ਮੱਥੇ ਮਾਰਨੇ ਪੈਣੇ ਆ, ਫਿਰ ਜਾ ਕੇ ਇਹ ਗੱਲਾਂ, ਤੇ ਜੇ ਰੱਦ ਕਰਨਾ ਹੋਵੇ, ਖਤਮ ਕਰਨਾ ਹੋਵੇ, ਫਿਰ ਕਹਿ ਦੋ ਵੀ ਲਈ ਲੋੜ ਨਹੀਂ ਜੇ, ਸਾਨੂੰ ਇਤਿਹਾਸ ਤਾਂ ਸਾਨੂੰ ਜਿਹੜਾ ਕਮਜ਼ੋਰ ਬਣਾਉਂਦਾ ਹੈ। ਨਹੀਂ, ਮਹਾਰਾਜਾ ਦਲੀਪ ਸਿੰਘ ਦੀ ਪਰਵਰਿਸ਼ ਉਦਾਂ ਦੀ ਹੋਈ। ਇੱਧਰ ਮਹਾਰਾਣੀ ਜਿੰਦ ਕੌਰ ਜਿਹੜੀ ਹੈ, ਜਿਹੜੀ ਚਨਾਰ ਦੇ ਕਿਲੇ ਵਿੱਚ ਗ੍ਰਿਫਤਾਰ ਹੈ, ਉਹਨੂੰ ਦਿਨ ਰਾਤ ਇਹ ਗੱਲ ਸਤਾਉਂਦੀ ਹੈ ਵੀ ਸਾਡਾ ਪੰਜਾਬ ਹੋ ਨਹੀਂ ਰਿਹਾ, ਗੋਰਿਆਂ ਦਾ ਰਾਜ ਹੋ ਗਿਆ, ਸੰਧੀਆਂ ਟੁੱਟ ਗਈਆਂ, ਬਹੁਤ ਕੁਝ। ਜਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹ ਲੈਂਦੇ ਆ, ਚਿੜੀ ਵੀ ਪੰਜਾਬ ਵਿੱਚ ਪਰ ਨਹੀਂ ਸੀ ਮਾਰਦੀ, ਉੱਥੇ ਅੱਜ ਉਜੜੇ ਬਾਗਾਂ ਦੇ ਗਾਲੜ ਪਟਵਾਰੀ ਬਣ ਕੇ ਬੈਠ ਗਏ। ਅੱਜ ਵੀ ਇਹ ਗੱਲ ਅੱਜ ਨਾਲ ਜੋੜ ਕੇ ਵੀ ਵੇਖਿਓ, ਉਹ ਜਿਹੜੇ ਬਾਗਾਂ ਦੇ ਗਾਲੜ ਪਟਵਾਰੀ ਬਣਦੇ ਨੇ, ਜਿਹੜੇ ਬੰਦਿਆਂ ਨੂੰ ਕੁਝ ਵੀ ਨਹੀਂ ਨਾ ਆਉਂਦਾ, ਉਹਨਾਂ ਵੀ ਪੰਜਾਬ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣੀ ਹੈ, ਕਿਉਂਕਿ ਜਿਨ੍ਹਾਂ ਨੂੰ ਵਾਗਡੋਰ ਲੈਣੀ ਚਾਹੀਦੀ ਹੈ, ਉਹ ਬੰਦੇ ਇਸ ਗੱਲ ਨੂੰ ਸੁਹਿਰਦਤਾ ਦੇ ਨਾਲ ਜਾਂ ਗੰਭੀਰਤਾ ਦੇ ਨਾਲ ਜਾਂ ਆਉਣ ਵਾਲੇ ਸਮੇਂ ਦੇ ਰਿਜ਼ਲਟਾਂ ਦੇ ਹਿਸਾਬ ਨਾਲ ਨਹੀਂ ਵੇਖਦੇ। ਉਹ ਕਹਿੰਦੇ ਆ ਵੀ ਮੈਨੂੰ ਐਂ ਲੱਗਦਾ ਬਸ ਮੈਂ ਤਾਂ ਐਂ ਹੀ ਕਰਾਂਗਾ, ਉਹਨੂੰ ਐਂ ਲੱਗਦਾ ਉਹ ਐਂ ਕਰੇਗਾ। ਸੋ ਹੱਥ ਜੋੜ ਬੇਨਤੀ ਕਰੀਦੀ ਹੈ, ਇਸ ਮਾਧਿਅਮ ਦੇ ਰਾਹੀਂ, ਅਕਾਲੀ ਟੀਵੀ ਚੈਨਲ ਦੇ ਰਾਹੀਂ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਤੱਕ ਇਤਿਹਾਸ ਸਾਂਝ ਦੀ ਲਿਆਂਦਾ ਜਾਂਦਾ, ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਇਤਿਹਾਸ ਦੀ ਲੜੀ ਵੇਖਣੀ ਹੈ ਤੇ ਮੈਂ ਤੁਹਾਨੂੰ ਜਨਮ ਦੱਸਦਾ, ਤਰੀਕਾਂ ਦੱਸਦਾ, ਬਸ ਠੀਕ ਹੈ ਬਾਬਾ ਦਲੀਪ ਸਿੰਘ ਬਾਰੇ ਸਾਨੂੰ ਪਤਾ ਲੱਗ ਜਾਏ। ਸੋ ਇਸ ਲਈ ਨਹੀਂ, ਉਹਦੀ ਪੂਰੀ ਗੰਭੀਰਤਾ ਨਾਲ ਉਹ ਸਾਰੀਆਂ ਚੀਜ਼ਾਂ ਨੂੰ ਵਾਚਿਓ। ਹਾਂ, ਹਰ ਵਾਰ ਕਹਿੰਦੀ ਵੀ ਤੁਹਾਡਾ ਸੁਝਾਅ, ਤੁਹਾਡੇ ਵਿਚਾਰ ਸਾਡੇ ਧਿਆਨ ਵਿੱਚ ਰਹਿੰਦੇ ਆ, ਤੁਸੀਂ ਵਿਚਾਰ ਦਿਓ, ਤੁਸੀਂ ਸੁਝਾਅ ਦਿਓ, ਤੁਸੀਂ ਗੱਲ ਕਰੋ ਸਾਡੇ ਨਾਲ, ਅਸੀਂ ਹਰ ਚੀਜ਼ ਨੂੰ ਤੁਹਾਡੇ ਅਕੋਰਡਿੰਗ ਵੀ ਸੋਚ ਕੇ ਵੇਖਾਂਗੇ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਫਲਸਫੇ ਨੂੰ ਵੀ ਧਿਆਨ ਵਿੱਚ ਰੱਖਾਂਗੇ। ਮਹਾਰਾਣੀ ਜਿੰਦ ਕੌਰ ਇੱਧਰ ਤਰਲੋ ਮੱਛੀ ਹੋ ਰਹੀ ਹੈ। ਬਹੁਤ ਘੱਟ ਸਿੱਖ ਘਰਾਣੇ ਆ ਜਿਹੜੇ ਇਸ ਤਰ੍ਹਾਂ ਨਾਲ ਪੰਜਾਬ ਦੇ ਰਾਜ ਲਈ ਜਦੋਜਹਿਦ ਕਰ ਰਹੇ ਆ, ਪਰ ਇਹ ਨਹੀਂ ਵੀ ਕਰ ਕੋਈ ਨਹੀਂ ਰਿਹਾ। ਲੱਗਦਾ ਬਹੁਤ ਸਾਰੇ ਸਿੱਖ ਘਰਾਣਿਆਂ ਨੂੰ ਵੀ ਹੈ ਵੀ ਜਿੱਥੇ ਸਾਡਾ ਰਾਜ ਭਾਗ ਸੀ, ਜਿਹਦੀਆਂ ਰਾਜ ਭਾਗ ਦੀਆਂ ਕੰਧਾਂ ਏਡੀਆਂ ਛੋਟੀਆਂ ਨਹੀਂ ਸਨ ਤੇ ਅਸੀਂ ਆਪਣੇ ਘਰ ਵਿੱਚ ਹੀ ਗੁਲਾਮ ਰਹਿ ਗਏ, ਉੱਥੇ ਜਿਹੜੇ ਸੰਧਾ ਵਾਲੀਆਂ ਦੇ ਵਿੱਚੋਂ ਕੁਝ ਪਰਿਵਾਰ, ਜਿਵੇਂ ਮੈਂ ਠਾਕੁਰ ਸਿੰਘ ਹੁਣਾਂ ਦਾ ਜ਼ਿਕਰ ਤੁਹਾਡੇ ਨਾਲ ਕਰਕੇ ਗਿਆ ਵੀ ਇਹਨਾਂ ਦੇ ਮਨ ਵਿੱਚ ਇਦਾਂ ਦੇ ਖਿਆਲ ਆਉਂਦੇ ਆ। ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਪਹਿਲੂ ਆ ਜਿਨ੍ਹਾਂ ਨੂੰ ਵੇਖਿਆ ਜਾ ਸਕਦਾ। ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਜੰਗ ਬਹਾਦਰ ਦੇ ਉਧਰੋਂ ਮਹਾਰਾਣੀ ਜਿੰਦ ਕੌਰ ਨੂੰ ਇਹ ਗੱਲ ਬੜੀ ਚੁੱਭਦੀ, ਔਰ ਜੰਗ ਬਹਾਦਰ ਦੇ ਨਾਲ ਉਹਨੇ ਗੱਲ ਕਰਕੇ ਕੋਈ ਹੀਲਾ ਲੱਭਿਆ ਵੀ ਮੇਰੀ ਦਲੀਪ ਸਿੰਘ ਨਾਲ ਇੱਕ ਵਾਰ ਗੱਲ ਹੋਣੀ ਚਾਹੀਦੀ ਹੈ, ਮੈਨੂੰ ਦਲੀਪ ਸਿੰਘ ਨੂੰ ਇੱਕ ਵਾਰ ਮਿਲ ਲੈਣ ਦਿਓ। ਰਾਣਾ ਜੰਗ ਬਹਾਦਰ ਨੇ, ਕਿਉਂਕਿ ਉਹ ਵੀ ਇੱਕ ਰਿਆਸਤ ਦਾ ਮਾਲਕ ਹੈ, ਗੋਰਿਆਂ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਵਾਸਤਾ ਪਾ ਕੇ ਮਹਾਰਾਣੀ ਜਿੰਦ ਕੌਰ ਨੂੰ ਦਲੀਪ ਸਿੰਘ ਨਾਲ ਮਿਲਣ ਦੀ ਇੱਕ ਪਲੈਨਿੰਗ ਹੋ ਗਈ, ਵਿਉਂਤਬੰਦੀ ਹੋ ਗਈ ਕਲਕੱਤੇ ਦੇ ਹੋਟਲ ਵਿੱਚ। ਕਲਕੱਤੇ ਦੀ ਇਹ ਮਿਲਣੀ ਨਿਰਧਾਰਤ ਹੋਈ। ਜਦੋਂ ਮਹਾਰਾਣੀ ਜਿੰਦ ਕੌਰ ਮਿਲੀ ਔਰ ਉਹਨੇ ਦਲੀਪ ਸਿੰਘ ਦੇ ਚਿਹਰੇ ਨੂੰ ਵੇਖਿਆ ਤੇ ਉਹਨੇ ਉਹ ਸਾਰੀ ਕਹਾਣੀ ਪੜ੍ਹ ਲਈ। ਹੁਣ ਉਹ ਦਲੀਪ ਸਿੰਘ ਨਾਲ ਗੱਲ ਕਰਨਾ ਚਾਹੁੰਦੀ ਹੈ, ਪਰ ਬਹੁਤਾ ਲੰਮਾ ਸਮਾਂ ਦਲੀਪ ਸਿੰਘ ਨੂੰ ਉਹਨਾਂ ਨੇ ਇੱਥੇ ਰਹਿਣ ਨਹੀਂ ਦੇਣਾ, ਕਿਉਂਕਿ ਗੋਰਿਆਂ ਵਾਸਤੇ, ਕਿਉਂਕਿ ਉਹ ਜਿਹੜੀ ਪੰਜਾਬ ਵਿੱਚ ਉਹ ਮੂਵਮੈਂਟ ਜਨਮ ਲੈ ਰਹੀ ਹੈ ਥੋੜ੍ਹੀ ਥੋੜ੍ਹੀ, ਉਹਦੇ ਬਾਰੇ ਵੀ ਗੋਰੇ ਬੜੇ ਚਿੰਤਤ ਨੇ, ਨਾਲੇ ਉਹ ਪੰਜਾਬ ਦਾ ਇਤਿਹਾਸ ਜਾਣਦੇ ਆ। ਮੈਂ ਬੜੀ ਵਾਰ ਕਹਿੰਦਾ ਹੁੰਦਾ ਵੀ ਤੁਸੀਂ ਭੁੱਲ ਜਾਂਦੇ ਹੋ, ਪਰ ਵਿਰੋਧੀ ਤੁਹਾਡਾ ਜਾਣਦਾ ਆ, ਉਹਨੂੰ ਪਤਾ ਆ ਇੱਥੇ ਦਿੱਤ ਸਿੰਘ ਬਹੁਤ ਬੈਠੇ ਨੇ,
ਉਹਨੂੰ ਪਤਾ ਆ ਇੱਥੇ ਕਾਹਨ ਸਿੰਘ ਨਾਭੇ ਬਹੁਤ ਬੈਠੇ ਨੇ, ਇਸ ਕਰਕੇ ਉਹ ਜਿੰਨਾ ਉਲਝਾਉਣਗੇ ਉਨਾ ਹੀ ਤੁਹਾਡਾ ਫਾਇਦਾ ਹੋਏਗਾ। ਇਸ ਕਰਕੇ ਉਹ ਉਲਝਣ ਵਿੱਚ ਜ਼ਿਆਦਾ ਪਾਉਂਦੇ ਆ। ਉਹਦਾ ਸੋਲਿਊਸ਼ਨ ਕੱਢਣ ਵਾਲੇ, ਉਹਦਾ ਹੱਲ ਕੱਢਣ ਵਾਲੇ ਤੁਹਾਨੂੰ ਸਾਹਮਣੇ ਬੈਠਣ ਦੀ ਕਦੇ ਵੀ ਨਹੀਂ ਇੱਦਾਂ ਗੱਲ ਕਰਨ ਦੇਣਗੇ ਵੀ ਆਪਾਂ ਰਲ ਮਿਲ ਕੇ ਬੈਠੀਏ ਤੇ ਇਹਦਾ ਕੋਈ ਹੱਲ ਲੱਭੀਏ। ਤੇ ਹੱਲ ਕਰਨ ਵਾਸਤੇ ਅਸੀਂ ਪਲੈਨਿੰਗ ਵੀ ਬਹੁਤ ਘੱਟ ਕਰਦੇ ਹਾਂ। ਮਹਾਰਾਣੀ ਜਿੰਦ ਕੌਰ ਦੀ ਉਸ ਮਿਲਣੀ ਤੋਂ ਬਾਅਦ ਜਦੋਂ ਉਹਨੇ ਮਹਾਰਾਜਾ ਦਲੀਪ ਸਿੰਘ ਨੂੰ ਪੜ੍ਹਿਆ, ਉਹਨੂੰ ਅਸਲੀ ਅਹਿਸਾਸ ਕਰਾਇਆ, ਔਰ ਮਹਾਰਾਣੀ ਜਿੰਦ ਕੌਰ ਜਿਹੜੇ ਆ ਉਹਦੇ ਨਾਲ ਉੱਥੇ ਚਲੇ ਗਏ, ਕਿਉਂਕਿ ਦਲੀਪ ਸਿੰਘ ਦੀ ਇਹ ਗੱਲ ਮੰਨਣੀ ਪੈ ਗਈ। ਗੋਰਿਆਂ ਨੂੰ ਚਾਹੁੰਦੇ ਨਹੀਂ ਸਨ ਉਹ, ਪਰ ਦਲੀਪ ਸਿੰਘ ਨੇ ਇਹ ਗੱਲ ਮਨਾ ਲਈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਮਹਾਰਾਣੀ ਜਿੰਦ ਕੌਰ ਜਦੋਂ ਨਾਲ ਰਹਿੰਦੀ ਹੋਏਗੀ, ਫਿਰ ਉਹ ਤੜਫ ਜਿਹੜੀ ਹੈ, ਜਿਹੜਾ ਉਹ ਸਿੱਖ ਰਾਜ ਦੀ ਪੀੜਾ ਆ, ਜਿਹੜੀ ਪੰਜਾਬ ਦੀ ਤੜਫ ਹੈ, ਉਹ ਦਲੀਪ ਸਿੰਘ ਦੇ ਮਨ ਵਿੱਚ ਪੈਦਾ ਕੀਤੀ। ਇੱਧਰੋਂ ਸੰਧੇਵਾਲੀਆ ਜਿਹੜਾ ਮੈਂ ਜ਼ਿਕਰ ਕਰਕੇ ਗਿਆ ਵੀ ਇਹਨਾਂ ਦੇ ਮਨ ਵਿੱਚ ਵੀ ਇਹ ਸਾਰੇ ਖਿਆਲ ਨੇ। ਤੇ ਇਸ ਤਰ੍ਹਾਂ ਦੀ ਪਲੈਨਿੰਗ ਵੀ ਹੋਈ ਵੀ ਮਹਾਰਾਜਾ ਦਲੀਪ ਸਿੰਘ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਜਾਏ। ਜਦੋਂ ਸਿੱਖਾਂ ਦਾ ਰਾਜ ਆਇਆ ਤੇ ਉਹ ਸਿੱਖ ਰੂਪ ਵਿੱਚ ਰਹਿਣਾ ਚਾਹੀਦਾ ਹੈ। ਗੋਰੇ ਇਹਦੀ ਬਿਲਕੁਲ ਸਹਿਮਤੀ ਨਹੀਂ ਸਨ ਦਿੰਦੇ, ਕਿਉਂਕਿ ਉਹ ਤਾਂ ਇਸ ਗੱਲ ਤੋਂ ਡਰਦੇ ਸਨ ਬਹੁਤ ਜ਼ਿਆਦਾ। ਅਖੀਰ ਇਹ ਸਾਰਾ ਕੁਝ ਵਾਪਰ ਗਿਆ ਤੇ ਪੰਜਾਬ ਵਿੱਚੋਂ ਇੱਕ ਗੁਰਸਿੱਖਾਂ ਦਾ ਕਾਫਲਾ ਜਾਣ ਦੀ ਪਰਮਿਸ਼ਨ ਗੋਰਿਆਂ ਨੂੰ ਉਹ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਭਾਵ ਨਾਲ, ਸਿੱਖਾਂ ਦੀ ਇਸ ਪਕੜ ਨਾਲ, ਤੁਸੀਂ ਅੰਦਾਜ਼ਾ ਲਾਓ ਵੀ ਇਸ ਤਰ੍ਹਾਂ ਦੀ ਸਹਿਮਤੀ ਜੇ ਮਿਲ ਰਹੀ ਹੈ, ਇਹਦਾ ਮਤਲਬ ਬੜੀ ਵੱਡੀ ਹਿੰਮਤ ਰੱਖਦੇ ਹੋਣੇ ਆ, ਜਾਂ ਉਹ ਇਸ ਤਰ੍ਹਾਂ ਦਾ ਇੱਕ ਮਾਹੌਲ ਕ੍ਰੀਏਟ ਕਰ ਪਾਏ ਹੋਣੇ ਆ। ਸੋ ਜੇ ਉਹਨਾਂ ਹਾਲਾਤਾਂ ਵਿੱਚ ਜਦੋਂ ਗੋਰਿਆਂ ਨੂੰ ਪਤਾ ਵੀ ਇਹਨਾਂ ਨੂੰ ਸਿਰ ਨਹੀਂ ਚੁੱਕਣ ਦੇਣਾ, ਉਸ ਵੇਲੇ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਸਕਦੇ ਔਰ ਸਿੱਖ ਕਰ ਰਹੇ ਆ। ਔਰ ਦਲੀਪ ਸਿੰਘ ਨਾਲ ਇਹ ਮਿਲਣੀ ਸਿੱਖਾਂ ਦੀ ਹੁੰਦੀ ਹੈ, ਔਰ ਦਲੀਪ ਸਿੰਘ ਨਾਲ ਇਸ ਮਿਲਣੀ ਤੋਂ ਬਾਅਦ ਦਲੀਪ ਸਿੰਘ ਦੇ ਜੇਨ ਵਿੱਚ ਫਿਰ ਸਾਰਾ ਪੰਜਾਬ ਦਾ ਨਕਸ਼ਾ ਕਲੀਅਰ ਕੀਤਾ ਜਾਂਦਾ ਹੈ। ਤੇ ਦਲੀਪ ਸਿੰਘ ਉਸ ਦਿਨ ਤੋਂ ਬਾਅਦ ਜਿਹੜਾ ਵੀ ਸਾਹ ਉਹਨੇ ਲਿਆ, ਉਹਨੇ ਪੰਜਾਬ ਲਈ ਲਿਆ। ਉਹ ਕਲਕੱਤੇ ਵੀ ਆਇਆ, ਪਰ ਗੋਰਿਆਂ ਨੂੰ ਸਮਝ ਲੱਗ ਗਈ ਵੀ ਜੇ ਇੱਥੇ ਆਣ ਕੇ ਪੰਜਾਬ ਦੇ ਸਿੱਖਾਂ ਨਾਲ ਮਿਲਦਾ ਆ, ਪੰਜਾਬ ਦੇ ਸਿੱਖਾਂ ਨਾਲ ਇਹਦਾ ਤਾਲਮੇਲ ਹੁੰਦਾ ਆ, ਤੇ ਉਹ ਦਿਨ ਦੂਰ ਨਹੀਂ, ਇਕੱਲਾ ਪੰਜਾਬ ਨਹੀਂ, ਜਿੱਦਣ ਪੂਰੇ ਭਾਰਤ ਤੇ ਸਿੱਖਾਂ ਦਾ ਰਾਜ ਭਾਗ ਹੋ ਜਾਏਗਾ। ਉਹਨੂੰ ਬਹੁਤਾ ਚਿਰ ਇੱਥੇ ਨਹੀਂ ਰਹਿਣ ਦਿੱਤਾ ਜਾਂਦਾ। ਫਿਰ ਉਹ ਵਾਪਸ ਜਾਂਦਾ, ਪਰ ਹੁਣ ਉਹਨੂੰ ਪਤਾ ਸੀ ਵੀ ਮੈਂ ਜਿਹੜਾ ਆ ਉਹ ਕੋਈ ਹੱਲ ਕਰਨਾ ਆ, ਤਾਂ ਉਹ ਬਹੁਤ ਸਾਰੀ ਜੱਦੋ-ਜਹਿਦ ਦਲੀਪ ਸਿੰਘ ਆਪਣੇ ਪੱਖ ਤੋਂ ਕਰਦਾ ਹੈ। ਇੱਧਰ ਸੰਧੇਵਾਲੀਆ ਨਾਲ ਰਲ ਕੇ ਹੋਰ ਸਾਰੇ ਪੰਜਾਬ ਦੇ ਸਿੱਖ ਘਰਾਣੇ ਇਸ ਤਰ੍ਹਾਂ ਦੀ ਪਲੈਨਿੰਗ ਕਰਦੇ ਆ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਅਸੀਂ ਕਿੱਥੇ ਕਿਤੇ ਖਤਾ ਖਾਧੀ ਹੈ। ਜਦੋਂ ਗੋਰਿਆਂ ਨੂੰ ਇਸ ਗੱਲ ਦੀ ਸਥਿਤੀ ਦਾ ਜਾਇਜ਼ਾ ਉਹਨਾਂ ਨੇ ਲਿਆ, ਤਾਂ ਜਿਹੜੇ ਸਰਦਾਰ ਪੰਜਾਬ ਵਿੱਚ ਸਿੱਖ ਰਾਜ ਲਈ ਸਰਗਰਮ ਨੇ, ਜਾਂ ਜਿਹੜੇ ਬੰਦੇ ਇੱਦਾਂ ਸੋਚਦੇ ਆ, ਉਹਨਾਂ ਤੇ ਸਖਤ ਨਿਗਾਹ ਜਿਹੜੀ ਹੈ ਉਹ ਬ੍ਰਿਟਿਸ਼ ਗੌਰਮੈਂਟ ਨੇ ਰੱਖਣੀ ਸ਼ੁਰੂ ਕਰ ਦਿੱਤੀ। ਤੇ ਇਤਿਹਾਸ ਤੁਹਾਨੂੰ ਜਾਣੂ ਕਰਾਏਗਾ ਵੀ ਪੰਜਾਬ ਛੱਡ ਕੇ ਪਾਂਡੂਚੇਰੀ ਦੇ ਇਲਾਕਿਆਂ ਦੇ ਵਿੱਚ ਵੀ ਉਹਨਾਂ ਸਿੱਖ ਸਰਦਾਰਾਂ ਨੂੰ ਜਾਣਾ ਪਿਆ। ਇਹ ਗੱਲ ਦਲੀਪ ਸਿੰਘ ਨਾਲ ਵੀ ਹੋ ਚੁੱਕੀ ਸੀ ਵੀ ਜੇ ਅਸੀਂ ਕੋਈ ਇਕੱਠ ਕਰਾਂਗੇ, ਜੇ ਇੱਕ ਜਗ੍ਹਾ ਤੇ ਕਿਤੇ ਜੁੜ ਕੇ ਬੈਠਾਂਗੇ, ਤੇ ਉਹ ਪਾਂਡੂਚੇਰੀ ਹੋਏਗਾ, ਵੀ ਉੱਥੇ ਹੀ ਦਲੀਪ ਸਿੰਘ ਆਏਗਾ। ਪਰ ਹਾਲਾਤ ਨੇ ਜਾਂ ਸਮੇਂ ਨੇ ਇਸ ਤਰ੍ਹਾਂ ਦਾ ਕਰਵਟ ਨਹੀਂ ਲਿਆ, ਜਾਂ ਗੋਰਿਆਂ ਨੇ ਆਪਣੀ ਪਲੈਨਿੰਗ ਤੇਜ਼ ਕਰ ਲਈ। ਉਹ ਸਾਰਾ ਕੁਝ ਅਖੀਰਲੀ ਜੱਦੋ-ਜਹਿਦ ਕਰਦਾ ਹੋਇਆ ਫਰਾਂਸ ਦੀ ਧਰਤੀ ਤੇ ਸਿੱਖਾਂ ਦਾ ਅਖੀਰਲੀ ਰਾਜਾ ਦਮ ਤੋੜ ਗਿਆ। ਜੱਦੋ-ਜਹਿਦ ਉਹਨੇ ਪੂਰੀ ਪੰਜਾਬ ਲਈ ਕੀਤੀ ਹੈ। ਮਹਾਰਾਣੀ ਜਿੰਦ ਕੌਰ ਚਾਹੁੰਦੀ ਸੀ ਵੀ ਮੇਰੀਆਂ ਅਸਥੀਆਂ ਵੀ ਪੰਜਾਬ ਜਾਣ, ਨਹੀਂ ਆਉਣ ਦਿੱਤੀਆਂ, ਕਲਕੱਤੇ ਰਹੀਆਂ। ਦਲੀਪ ਸਿੰਘ ਦੀਆਂ ਅਸਥੀਆਂ ਵੀ ਪੰਜਾਬ ਆਉਣੀਆਂ ਚਾਹੀਦੀਆਂ। ਪਰ ਤੁਸੀਂ ਹੁਣ ਇਹ ਵੇਖੋ ਵੀ ਜਿਹੜਾ ਦੁਸ਼ਮਣ ਹੈ, ਹੁਣ ਜਦੋਂ ਜਿਹੜੇ ਬੰਦੇ ਕਹਿੰਦੇ ਸਾਹਿਤ ਛੱਡ ਦਿਓ, ਗੱਲ ਇਹ ਨਹੀਂ ਵੀ ਹੁਣ ਮੈਂ ਅਸਥੀਆਂ ਦੀ ਗੱਲ ਕਰਾਂ, ਕੋਈ ਕਹੇ ਵੀ ਲੈ ਗੁਰਮਤ ਵਿੱਚ ਅਸਥੀਆਂ ਦੀ ਕਿਹੜੀ ਗੱਲ ਹੈ ਕਿ ਜਿੱਥੇ ਮਰਜੀ, ਉਹ ਸਾਡਾ ਗੁਰਮਤ ਦਾ ਕੰਸੈਪਟ ਇਹੋ ਹੀ ਹੈ। ਪਰ ਜਦੋਂ ਤੁਸੀਂ ਰਾਜ ਭਾਗ ਨਾਲ ਜੋੜ ਕੇ ਵੇਖਣੀਆਂ ਚੀਜ਼ਾਂ, ਤੇ ਉਹਦੇ ਨਾਲ ਬਹੁਤ ਵੱਡੀਆਂ ਚੀਜ਼ਾਂ ਦਾ, ਮਦਨ ਸਿੰਘ ਢੀਂਗਰੇ ਦੀਆਂ ਅਸਥੀਆਂ ਆਉਂਦੀਆਂ ਆ ਭਾਰਤ, ਕੋਈ ਰੌਲਾ ਨਹੀਂ ਹੈ। ਸਰਦਾਰ ਊਧਮ ਸਿੰਘ ਦੀਆਂ ਅਸਥੀਆਂ ਵੀ ਪੰਜਾਬ ਵਿੱਚ ਆਉਂਦੀਆਂ ਆ, ਤੇ ਸਗੋਂ ਬੜੀ ਸ਼ਾਨੋ ਸ਼ੌਕਤ ਨਾਲ ਆਉਂਦੀਆਂ, ਬੜੇ ਮਾਣ ਨਾਲ ਆਉਂਦੀਆਂ, ਉਹਦੇ ਤੇ ਕੋਈ ਰੌਲਾ ਨਹੀਂ ਹੈ। ਪਰ ਜਦੋਂ ਦਲੀਪ ਸਿੰਘ ਦੀ ਅਸਥੀਆਂ ਦੀ ਗੱਲ ਆਉਂਦੀ ਹੈ, ਤੇ ਉਸੇ ਵੇਲੇ ਪੂਰਾ ਹੀ ਭਾਰਤੀ ਜਨਤਰ ਜਿਹੜਾ ਆ ਉਹ ਐਕਟਿਵ ਹੋ ਜਾਂਦਾ ਵੀ ਇੱਦਾਂ ਨਹੀਂ ਹੋਣਾ ਚਾਹੀਦਾ। ਉਹਦਾ ਕਾਰਨ ਹੈ ਇੱਕ, ਕਿਉਂਕਿ ਜਦੋਂ ਮਦਨ ਸਿੰਘ ਢੀਂਗਰਾ ਜਿਹੜਾ ਆ ਉਹਦੀ ਗੱਲ ਚੱਲਣੀ ਹੈ, ਤੇ ਉਹ ਭਾਰਤ ਨਾਲ ਜੁੜ ਜਾਣੀ ਹੈ। ਜਦੋਂ ਊਧਮ ਸਿੰਘ ਦੀ ਗੱਲ ਚੱਲਣੀ ਹੈ, ਭਾਵੇਂ ਕਿ ਉਹ ਸਿੱਖ ਸਰਦਾਰ ਹੈ, ਪਰ ਗੱਲ ਉਹਦੀ ਫਿਰ ਵੀ ਭਾਰਤ ਦੇ ਸਿਸਟਮ ਨਾਲ, ਉਸ ਰਾਸ਼ਟਰੀਵਾਦ ਨਾਲ ਜੁੜ ਜਾਣੀ ਹੈ।
ਜਦੋਂ ਗੱਲ ਚੱਲਣੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ, ਉਹਦੀ ਗੱਲ ਜੁੜਦੀ ਹੈ ਸਿੱਖ ਰਾਜ ਦੇ ਨਾਲ। ਬਸ ਇਸ ਕਰਕੇ ਬੜੀ ਬਰੀਕੀ ਨਾਲ ਸਮਝੋ ਇਹਨਾਂ ਸਾਰੀਆਂ ਚੀਜ਼ਾਂ ਨੂੰ, ਥੋੜੇ ਜਿਹੇ ਧਿਆਨ ਨਾਲ। ਜੇ ਤੁਸੀਂ ਗੌਰ ਕਰੋਗੇ ਇਹ ਗੱਲਾਂ ਬੜੇ ਸੌਖੇ ਜਿਹੇ ਢੰਗ ਨਾਲ ਸਮਝ ਆਉਣਗੀਆਂ। ਪਰ ਗੱਲ ਇਹ ਹੈ ਵੀ ਜੇ ਤੁਸੀਂ ਇਤਿਹਾਸ ਨੂੰ ਅੱਜ ਨਾਲ ਜੋੜ ਕੇ ਵੇਖ ਸਕੋਗੇ। ਇਸ ਲਈ ਉਸ ਸੂਰੇ ਨੂੰ ਚੇਤੇ ਕਰਕੇ ਆਓ ਕਿਤੇ ਪਿੰਡ ਦੀਆਂ ਸਫਾਵਾਂ ਵਿੱਚ ਬੈਠੀਏ, ਜਿਹੜਾ ਉਹ ਅਖੀਰਲੇ ਦਮ ਤੱਕ ਯਤਨ ਕਰਦਾ ਰਿਹਾ। ਉਹ ਪਿੰਡ ਲੈਵਲ ਤੇ ਹੀ, ਯਾਰ ਮੈਂ ਬੜੀ ਵਾਰ ਕਹਿੰਦਾ ਹੁੰਦਾ, ਆਪਣੇ ਪਿੰਡ ਲੈਵਲ ਤੇ ਹੀ ਸੋਚੋ। ਸਿੱਖੀ ਵਿਰਾਸਤ ਦੇ ਹਿਸਾਬ ਨਾਲ ਅਸੀਂ ਪਿੰਡ ਦੇ ਆਪਣੇ ਪਿੰਡ ਜਿੰਨਾ ਹੀ ਸੋਚ ਕੇ ਵੇਖੀਏ। ਉਹ ਬਹੁਤ ਵੱਡੇ ਪੱਧਰ ਤੇ ਸੋਚਦੇ ਸਨ, ਜਾਂ ਉਹਨੂੰ ਬਹੁਤ ਵੱਡੇ ਪੱਧਰ ਤੇ ਉਲੀਕਣਾ ਚਾਹੁੰਦੇ ਸਨ। ਸੋ ਉਹ ਸਾਰੀਆਂ ਚੀਜ਼ਾਂ ਤੁਹਾਡੇ ਜ਼ਿਹਨ ਵਿੱਚ ਆਉਣੀਆਂ ਚਾਹੀਦੀਆਂ। ਸੋ ਜਦੋਂ ਵੀ ਤੁਸੀਂ ਮਹਾਰਾਣੀ ਜਿੰਦ ਕੌਰ ਦੇ ਇਸ ਅਖੀਰਲੇ ਸਿੱਖਾਂ ਦੇ ਵਾਰਸ ਬਾਰੇ ਪੜ੍ਹਨਾ ਆ, ਜਿਹੜਾ ਇਸ ਨਾਇਕ ਬਾਰੇ ਪੜ੍ਹਨਾ ਆ, ਤਾਂ ਤੁਸੀਂ ਇਸ ਢੰਗ ਨਾਲ ਪੜ੍ਹਨ ਦੀ ਕੋਸ਼ਿਸ਼ ਕਰਿਓ, ਇਸ ਤਰੀਕੇ ਨਾਲ ਪੜ੍ਹਨ ਦੀ ਕੋਸ਼ਿਸ਼ ਕਰਿਓ ਵੀ ਉਹਨੇ ਕਿਸ ਰੂਪ ਵਿੱਚ ਸਿੱਖਾਂ ਨੂੰ ਰੀਪ੍ਰਜੈਂਟ ਕਰਨਾ ਸੀ, ਉਹਨੇ ਕਿਸ ਰੂਪ ਵਿੱਚ ਪੰਜਾਬ ਨੂੰ ਸਾਹਮਣੇ, ਉਹਦੇ ਅੰਦਰ ਤੜਫ ਕਿਹੜੀ ਸੀ ਸਭ ਤੋਂ ਵੱਡੀ, ਵੀ ਉਹ ਕਿਹੜੀ ਚੀਜ਼ ਲਈ, ਉਹ ਕਿਹੜੇ ਐਂਗਲ ਤੋਂ ਸੋਚਦਾ ਸੀ ਪੰਜਾਬ ਬਾਰੇ, ਜਾਂ ਜਿਹੜੇ ਵੀ ਸਿੱਖ ਘਰਾਣੇ ਉਦੋਂ ਇਦਾਂ ਸੋਚਦੇ ਸੀ ਉਹਦੇ ਜੇਨ ਵਿੱਚ ਕਿਹੜੀ ਗੱਲ ਪਾਉਣਾ ਚਾਹੁੰਦੇ ਸੀ। ਮਹਾਰਾਣੀ ਜਿੰਦ ਕੌਰ ਅਖੀਰਲੇ ਦਮ ਤੱਕ ਜਿਹੜੀ ਸੋਨੇ ਦੇ ਥਾਲਾਂ ਵਿੱਚ ਪ੍ਰਸ਼ਾਦਾ ਛਕਣ ਵਾਲੀ, ਕਿਸੇ ਦੇ ਤੋਂ ਮੰਗ ਕੇ ਪ੍ਰਸ਼ਾਦਾ ਛਕ ਰਹੀ ਹੈ, ਉਹ ਕਾਹਦੇ ਵਾਸਤੇ? ਇਦਾਂ ਨਹੀਂ ਵੀ ਇਕੱਲੇ ਪ੍ਰਸ਼ਾਦਾ ਤਾਂ ਮਿਲ ਹੀ ਜਾਣਾ ਸੀ। ਉਹ ਤਾਂ ਮਤਲਬ ਜਿਹੜੇ VIP ਟਾਈਪ ਦੇ ਬੰਦੇ ਹੁੰਦੇ ਆ ਉਹਨੂੰ ਗ੍ਰਿਫਤਾਰੀ ਵਿੱਚ ਵੀ ਮਿਲਦਾ ਆ, ਕੈਦ ਵਿੱਚ ਵੀ ਮਿਲਦਾ, ਪਰ ਉਹ ਮੰਗ ਕੇ ਰੋਟੀ ਖਾਣ ਦਾ ਮਤਲਬ ਕੀ ਸੀ ਉਹਦਾ? ਉਹ ਕਿਉਂ ਚਾਹੁੰਦੀ ਸੀ ਵੀ ਮੈਨੂੰ ਰੋਟੀ ਮੰਗ ਕੇ ਵੀ ਭਾਵੇਂ ਖਾਣੀ ਪੈ ਜਾਏ, ਪਰ ਮੈਂ ਆਪਣੇ ਸਿੱਖ ਰਾਜ ਲਈ ਜਾਂ ਆਪਣੇ ਬਾਬੇ ਨਾਨਕ ਦੇ ਸਿਰਜੇ ਉਸ ਫਲਸਫੇ ਲਈ ਕੁਝ ਕਰਨਾ ਚਾਹੁੰਦੀ ਹਾਂ। ਆਓ ਸੁਹਿਰਦਤਾ ਦੇ ਨਾਲ ਅੱਜ ਵੀ ਦੁਨੀਆ ਭਰ ਵਿੱਚ ਵਸਦੇ ਨਾਨਕ ਨਾਮ ਲੇਵਾ ਸਿੱਖੋ। ਕਿਤੇ ਉਸ ਐਂਗਲ ਤੋਂ ਆਪਣੇ ਆਪ ਨੂੰ ਸੱਚੀ ਮੁੱਚੀ ਸੋਚ ਕੇ ਵੇਖਿਓ, ਉਸ ਐਂਗਲ ਤੋਂ ਉੱਦਾਂ ਕਿਤੇ ਆਪਣੀ ਬਿਰਤੀ ਨੂੰ ਬਣਾ ਕੇ ਵੇਖਿਓ, ਨਿਊਟਰਲ ਹੋ ਕੇ ਬਿਲਕੁਲ ਜੈਨੂਅਨ ਢੰਗ ਨਾਲ ਆਪਣੇ ਇਤਿਹਾਸ ਦੇ ਵਰਕੇ ਫਰੋਲ ਕੇ ਵੇਖਿਓ, ਜੈਨੂਅਨ ਢੰਗ ਨਾਲ। ਤੁਸੀਂ ਉਹਨੂੰ ਸਾਰੀ ਦੀ ਸਾਰੀ ਸਥਿਤੀ ਨੂੰ ਉਸ ਰੂਪ ਵਿੱਚ ਵੇਖਿਓ ਵੀ ਫੁੱਲਾਂ ਤੋਂ ਨਹੀਂ ਅਸੀਂ ਜ਼ਖਮ ਖਾਧੇ। ਪਰ ਗੱਲ ਉਹ ਬੜੀ ਪਿਆਰੀ, ਅਦੀਬ ਕਹਿੰਦਾ, गिरते हैं हमेशा शाह सवार मैदान में, अरे वो तिफल क्या गिरे जो घुटनों के बल चले। उस जवाक ने की डिगना होया ਜਿਹੜਾ ਤੁਰਦਾ ਹੀ ਨਹੀਂ ਅਜੇ ਰਿੜਦਾ ਆ। ਹੁਣ ਜਦੋਂ ਅਸੀਂ ਰਿੜਨ ਦੇ ਆਦੀ ਹੋ ਗਏ, ਅਸੀਂ ਕਹਿੰਦੇ ਅਸੀਂ ਤੁਰਨਾ ਹੀ ਨਹੀਂ, ਅਸੀਂ ਤੁਰਨ ਦੀ ਆਦਤ ਪਾਉਣੀ ਹੀ ਨਹੀਂ, ਅਸੀਂ ਸਿਰ ਉੱਚਾ ਚੁੱਕਣਾ ਹੀ ਨਹੀਂ, ਅਸੀਂ ਆਪਣਾ ਸੋਚ ਦਾ ਦਾਇਰਾ ਵੱਡਾ ਹੀ ਨਹੀਂ ਕਰਨਾ, ਅਸੀਂ ਆਪਣੇ ਕਲਾਵੇ 'ਚ ਲੈਣਾ ਹੀ ਨਹੀਂ ਸਾਰੇ ਸਿਲਸਿਲੇ ਨੂੰ। ਅਸੀਂ ਆਪਣੇ ਬਾਬੇ ਨਾਨਕ ਦੀਆਂ ਬਾਹਾਂ ਨੂੰ ਆਪਣੀਆਂ ਬਾਹਾਂ ਨਾਲ ਪਰਖਣਾ ਹੈ ਵੀ ਆਹ ਮੇਰੀਆਂ ਬਾਹਾਂ, ਇਹਦੇ ਹਿਸਾਬ ਨਾਲ ਬਾਬੇ ਨਾਨਕ ਦੀਆਂ ਬਾਹਾਂ ਪਰਖੀਆਂ ਜਾਣੀਆਂ। ਫਿਰ ਤਾਂ ਬਹੁਤ ਛੋਟਾ ਬਿਆਨ ਕਰ ਦੇਣਾ ਨਾ ਬਾਬਾ ਨਾਨਕ, ਤੁਸੀਂ ਸਿੱਖ ਰਾਜ ਨੂੰ ਬਹੁਤ ਛੋਟਾ ਬਿਆਨ ਕਰ ਦੇਣਾ। ਫਿਰ ਪਰ ਸਿੱਖ ਨੇ ਕਦੀ ਵੀ, ਹੁਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਕੋਈ ਗ੍ਰੰਥ ਖੜਾ ਕਰਨਾ ਆ, ਫਿਰ ਸਟੇਟਮੈਂਟਾਂ ਇੱਦਾਂ ਦੀਆਂ ਦਿੱਤੀਆਂ ਜਾ ਰਹੀਆਂ ਆ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਪੂਰਾ ਹੀ ਤਾਂ ਕੀਤਾ ਜਾ ਸਕਦਾ ਜੇ ਇਹ ਗ੍ਰੰਥ ਰਹੇਗਾ, ਜੇ ਇਹਦੇ ਬਰਾਬਰ ਗ੍ਰੰਥ ਨਹੀਂ ਲਿਆਉਂਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨਤਾ ਰੱਦ ਹੋ ਜਾਣੀ ਹੈ। ਕਿੱਡੀ ਅਜੀਬ ਗੱਲ ਹੈ। ਔਰ ਕਿੰਨੇ ਹਾਸੋਹੀਣੇ ਤਰੀਕੇ ਨਾਲ ਇਹ ਸਾਰੀਆਂ ਗੱਲਾਂ ਜਿਹੜੀਆਂ ਆ। ਔਰ ਉਹ ਤਾਂ ਹੀ ਮੈਂ ਇੱਕ ਗੱਲ ਪਿੱਛੇ ਕੀਤੀ ਸੀ ਵੀ ਤੁਸੀਂ ਇਤਿਹਾਸ ਨੂੰ ਬੀਤੇ ਕੱਲ ਨੂੰ ਅੱਜ ਨਾਲ ਜੋੜ ਕੇ ਵੇਖੋਗੇ ਤੇ ਆਉਣ ਵਾਲਾ ਕੱਲ ਫੈਸਲਾ ਕਰੇਗਾ ਤੁਹਾਡਾ। ਆਹ ਗੱਲ ਜ਼ਰੂਰ ਧਿਆਨ, ਬੀਤੇ ਕੱਲ ਨੂੰ ਅੱਜ ਨਾਲ ਜੋੜੋ, ਫਿਰ ਤੁਹਾਡੇ ਆਉਣ ਵਾਲੇ ਕੱਲ ਦੀ ਤਸਵੀਰ ਸਾਹਮਣੇ ਆਉਣੀ ਹੈ। ਜੇ ਤੁਸੀਂ ਬੀਤਿਆ ਕੱਲ ਅੱਜ ਨਾਲ ਨਹੀਂ ਜੋੜਦੇ ਤੇ ਕੱਲ ਦੀ ਤਸਵੀਰ ਤੁਹਾਡੇ ਸਾਹਮਣੇ ਧੁੰਦਲੀ ਹੋਏਗੀ। ਤੇ ਕਈ ਬੰਦੇ ਇਦਾਂ ਸੋਚਦੇ ਆ ਵੀ ਕੱਲ ਦੀ ਜੋ ਹੋਏਗੀ ਵੇਖੀ ਜਾਏ, ਨਹੀਂ, ਬਿਲਕੁਲ ਖਤਰਨਾਕ ਹੈ ਇਹ ਗੱਲ। ਕੱਲ ਦੀ ਜੋ ਤਸਵੀਰ ਹੋਏਗੀ ਉਹ ਨਹੀਂ, ਇਦਾਂ ਨਹੀਂ ਹੈ। ਜਦੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਤੱਤੀ ਤਵੀ ਤੇ ਬੈਠੇ, ਉਹਨਾਂ ਕੱਲ ਦੀ ਤਸਵੀਰ ਵੇਖੀ ਹੈ, ਉਹਨਾਂ ਦਾ ਤਵੀ ਤੇ ਬਹਿਣਾ ਤਸਵੀਰ ਨੂੰ ਵੇਖਣਾ ਆ। ਉਹਨਾਂ ਵੇਖੀ ਹੈ ਇੱਕ ਤਸਵੀਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਰਾਹੀਂ। ਉਹ ਅੱਜ ਦੇ ਦੌਰ ਵਿੱਚ ਬਹਿ ਕੇ ਫਿਰ ਉਹ ਕੱਲ ਦੀ ਤਸਵੀਰ ਕੱਢ ਰਹੇ। ਜਦੋਂ ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਜਾ ਰਹੇ, ਉਹ ਕੱਲ ਦੀ ਤਸਵੀਰ ਬਣਾ ਰਹੇ ਆ। ਜਦੋਂ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲ ਵਿੱਚ ਸੁੱਤੇ ਆ, ਕੱਲ ਦੀ ਤਸਵੀਰ ਚਿਤਵ ਰਹੇ ਆ ਉਹ।
सो बीते नूं अज नाल जोड़ के कल दी तस्वीर बनाउणी सिखो। जे असीं अपने कौम नाल, अपने ਸਾਹਿਤ नाल, अपने वडेरियां दे पाए होए पूरनियां ते तुरना है। हाँ ठीक है, हुण मेरी गल नूं इदां ना वेखिओ भी अज नूं कल नूं अज नाल जोड़ो भी साडा फायदा किवें होएगा, इदां नहीं। ते जिहदे नाल साडा कल दे नाल फायदा की होएगा भी मैनूं उहदे चों की बैनीफिट मिलेगा, इत्थे नहीं। जदों जदों वेखो सिखां ने राज कीता पर लालसा नहीं राज दी, गर्ज विचों राज नहीं पैदा होया। राज करना आ क्योंकि गुरु नानक दा फलसफा दस्सण दी लोड़ आ भी असल च राजा हुंदा की है। मैं बड़ी वारे बेनती करदा हुन्ना भी वाहिद दुनिया च ऐसा राजा होना महाराजा रणजीत सिंह जिस दे राज विच वाहिद दुनिया दा, हुण तां साबित हो गया, वड्डियां वड्डियां कंट्रियां दीयां स्टेटमेंटां आ, उन्हां दे रिसर्च दसदे आ भी महाराजा रणजीत सिंह वर्गा दुनिया ते कोई शासक नहीं होया। हुण उस महाराजा रणजीत सिंह दे राज की जदों असीं गल करदे हां तां ये चेता रखो भी उसने राज इसलिए नहीं किया भी उहनूं राजा बनना चाहुंदा है। मैं बड़ी बार गल करदा हुन्ना भी शेरे पंजाब महाराजा रणजीत सिंह हैगे राजे ने, खुद राजे आओ, पर राज संघासण ते लोकां ने उन्हां नूं कदी नहीं वेखिया। उन्हां नूं लोकां दे घर, भुखियां दे घर दाणियां दी पंड ढोंदिआं ही वेखिया राजे नूं। इत्थे बंदे राजे नहीं, फिर भी लोगों के सिर ते नज़ारे लैण नूं, ऐश प्रस्तियां करन नूं बंदे जिंदगी समझदे आ। पर महाराजा रणजीत सिंह राज घराणे दा मालक है, पर उन्होंने राज तखत ते नहीं कदी किसी ने वेख्या, वो लोकां च ही वेख्या उन्होंने हमेशा। इसे करके लोगों के दिलों का राजा है। ते तां ही ते जदों पंड सिर ते चुक के इदां किसी गरीब के घर होएगा, कभी दुनिया च कोई राजा किसी गरीब के घर पंड सुट्टण गया होवे, वो महाराजा रणजीत पंड सुट्टण गया, सिर दी फिसी कलगी, पुछया पंड सुट्टण वाले ने कौन है तू, उन्हें सिर तो मड़ासा लाया, कलगी फिसी हुई सी, दा नाम है रंजीत, मेरा पब्लिक दा कूकर हाँ, ना रंजीत है, पब्लिक दा कूकर हाँ। वो बजुर्ग बापू दी अखां च हंझू आ गए, कहंदे नौजवाना जे महाराजा रणजीत सिंह मेरे घर दाणियां दी पंड सुट्टण ही आउणा सी, कलगी ते ला लई नूं। ते किड्डे प्यारे बोल सन महाराजा रणजीत सिंह, कहंदे जे लोग रोटी रज के खाणगे ते कलगियां होर हज़ारां आ जाणगियां, पर जे लोग रोटी रज के नहीं खाणगे तो इन्हां कलगियां दे मतलब की है। इस कलगी करके शेरे पंजाब नहीं है, तुहाडे दिलों विच शेरे पंजाब है। मतलब किदां दा राजा होना भी एक बजुर्ग मां आण के तवा घसा दिंदी है राजे, अज वाले राजियां नाल करके वेखिओ गल, किसी नूं कह के तो तवा घसा दिंदी आण के, ਇਹਦਾ मतलब किन्नी पहुँच होनी आम बंदे दी राजे तक। कहंदी मैं सुनिया तू पारस है। पहली गल तो अज घसा, जे घसा नहीं सकते इदां, तुसीं लागे नहीं बह सकते, गरीब नूं लागे इदां फटकार के दूर कर दिता जाता। ये राजे नहीं सी क्रिएट करन दी लोड़, इदां नहीं सी सोचण दी लोड़ पंजाब दे लोकां नूं, राजनीतिक एंगल तो इदां नहीं सी सोचण दी लोड़। असीं इस तरह नाल जे अज डेमोक्रेसी है तो सानूं डेमोक्रेसी विच इदां सोचण दी लोड़ नहीं सी। सो ये सारियां चीज़ां जदों तुसीं ध्यान नाल वेखोगे, समझोगे, जानोगे, फिर तुहानूं सहजे इन्हां चीज़ां दा एहसास होना। तो लोड़ है असीं बीते कल नूं अज नाल जोड़ के आउण वाले कल दी प्लैनिंग करिए, बीते कल दीयां गल्लां करके अज फायदा चुक के कल नूं लाहनतां पवाउण वाले बन्ने ना तुरीए। दोवें चीज़ां समझिओ मेरियां, बीते कल नूं अज नाल जोड़ के आउण वाले कल दी प्लैनिंग करिए, बीते कल दीयां गल्लां करके अज फायदा चुक के आउण वाले कल च लाहनतां पवाउण वाले बन्ने ना तुरीए पैणगियां। चेते रखिओ, इतिहास कदी माफ़ नहीं करदा, वो तुहानूं हमेशा हर पल इतिहास हुंदा है। ये जिहड़ा असीं पढ़ रहे हैं जो कल बीतिया सी, जिहड़ा अज वापर रहा उन्होंने कल पढ़िया जाना है। बस इसलिए इन्हां सारियां चीज़ां ध्यान नाल समझो। धन्नवाद आप सबना दा, आप जी दे सुझावां ते विचारां दे इंतजार नाल अज दे प्रोग्राम की इत्थे समाप्ति करदे हां। कोशिश करिया करो, आप सुनो, अगे भी साझा करिया करो, ताकि असीं रल मिल के इस बात नूं दुनिया के जेन विच पा सकीए भी असीं किस विरसे ते विरासत दे मालक हां, दुनिया दे नालों साडा विरसा अमीर क्यों है, साडी विरासत अमीर क्यों है। आप समझो, होरां नूं समझाओ, इतिहास पढ़न की आदत पाओ।
ਬਾਰ-ਬਾਰ ਇਹ ਗੱਲਾਂ ਕਰੀਦੀਆਂ, ਘਰਾਂ ਵਿੱਚ ਲਾਇਬ੍ਰੇਰੀਆਂ ਬਣਾਓ, ਟੈਲੀਵਿਜ਼ਨ ਛੋਟਾ ਲਾ ਲਓ ਥੋੜ੍ਹਾ ਜਿਹਾ, ਪਰ 2 ਕਿਤਾਬਾਂ ਲਿਆ ਕੇ ਰੱਖੋ ਘਰ ਵਿੱਚ, ਤੁਹਾਨੂੰ ਪਤਾ ਲੱਗੇ। ਈਸਾਈ ਅੱਜ ਗੱਲ ਚੱਲਦੀ ਨਾ ਪੰਜਾਬ ਵਿੱਚ ਈਸਾਈਅਤ ਦਾ ਪ੍ਰਭਾਵ ਹੈ। ਇੱਕ ਵੇਲਾ ਸੀ ਉਹ ਈਸਟ ਇੰਡੀਆ ਕੰਪਨੀ ਲੈ ਕੇ ਆਏ ਸੀ, ਅੱਜ ਉਹਨਾਂ ਨੂੰ ਪਤਾ ਆ ਅੱਜ ਇੱਦਾਂ ਨਹੀਂ, ਅੱਜ ਉਹ ਵਿੱਦਿਆ ਦੇ ਕੇਂਦਰ ਲੈ ਕੇ ਆਏ, ਅੱਜ ਉਹ ਸਕੂਲ ਲੈ ਕੇ ਆਏ, ਅੱਜ ਉਹ ਤੁਹਾਡੇ ਘਰਾਂ 'ਚ ਪੱਕਦੀ ਰੋਟੀ ਕਰਨ ਦਾ ਪ੍ਰਬੰਧ ਲੈ ਕੇ, ਕਿਉਂਕਿ ਉਹ ਕੱਲ੍ਹ ਨੂੰ ਅੱਜ ਨਾਲ ਜੋੜ ਕੇ ਵੇਖਦੇ ਆ, ਅੱਜ ਨਾਲ ਜੋੜ ਕੇ ਵੇਖਦੇ ਆ। ਅਤੇ ਇਹ ਵੱਡੇ ਵੱਡੇ ਆਪਣੇ ਆਪ ਨੂੰ ਜਿਹੜੇ ਕਦੇ ਸੰਧਾ ਵਾਲੀਏ ਸਿੱਖੀ ਲਈ ਜਾਨ ਦਿੰਦੇ ਸਨ, ਅੱਜ ਉਹ ਸੰਧਾ ਵਾਲੀਏ ਉਹਨਾਂ ਮਗਰ ਸੰਧਾ ਵਾਲੀਏ ਸ਼ਬਦ ਲਾ ਕੇ ਵੱਡਿਆਂ ਘਰਾਣਿਆਂ ਨਾਲ ਆਪਣਾ ਲਿੰਕ ਜੋੜ ਕੇ ਅਤੇ ਉਹ ਉਸ ਰੋਟੀ ਦਾਲ ਵਾਲੀ ਲਾਈਨ ਵਿੱਚ ਖਲੋਤੇ ਆ। ਸੋਚਣ ਦੀ ਲੋੜ ਹੈ। ਆਓ ਭਵਿੱਖ ਦੀ ਪਲੈਨਿੰਗ ਕਰੀਏ। ਸਿਰ ਜੋੜ ਕੇ ਪੰਜਾਬ ਦੇ ਅਸਲੀ ਦਰਦੀਓ, ਪੰਥ ਨਾਲ ਪਿਆਰ ਕਰਨ ਵਾਲੇ, ਪੰਜਾਬ ਨਾਲ ਪਿਆਰ, ਮਾਨਵਤਾ ਨਾਲ ਪਿਆਰ ਕਰਨ ਵਾਲੇ। ਪੰਥ, ਪੰਜਾਬ, ਮਾਨਵਤਾ ਇੱਕੋ ਹੀ ਗੱਲ ਹੈ, ਸ਼ਬਦ ਅਲੱਗ ਅਲੱਗ ਹੋ ਸਕਦੇ ਆ। ਮਾਨਵਤਾ ਨਾਲ ਪਿਆਰ ਕਰਨ ਵਾਲੇ। ਮੈਂ ਕਿਹਾ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਾਹਿਦ ਦੁਨੀਆ 'ਚ ਐਸਾ ਇੱਕ ਰਾਜਾ ਸੀ ਜਿਹਦੇ ਰਾਜ ਵਿੱਚ ਮੰਦਰ ਵਿੱਚ ਸਵੇਰੇ ਸਵੇਰੇ ਇਹ ਪ੍ਰੇ ਹੁੰਦੀ ਸੀ, ਇਹ ਅਰਦਾਸ ਹੁੰਦੀ ਸੀ, ਇਹ ਬੰਦਨਾ ਹੁੰਦੀ ਸੀ ਵੀ ਦੁਨੀਆ 'ਚ ਰਾਜਾ ਹੋਵੇ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ। ਤੇ ਮਸਜਿਦ ਵਿੱਚ ਗੁੱਠਨੇ ਟੇਕ ਕੇ ਇਬਾਦਤ ਇਹ ਹੁੰਦੀ ਸੀ, ਯਾ ਅੱਲਾ ਦੁਨੀਆ ਵਿੱਚ ਰਾਜੇ ਹੋਣ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ। ਮੁਸਲਮਾਨ ਹਮਲਾਵਰ ਨੂੰ ਕਹਿੰਦੇ ਸੀ ਸਾਰੀ ਦੁਨੀਆ ਤੇ ਆਪਣਾ ਰਾਜ ਕਾਇਮ ਕਰ ਲਓ, ਪੰਜਾਬ 'ਚ ਸਿੱਖਾਂ ਦਾ ਰਾਜ ਰਹਿਣਾ ਚਾਹੀਦਾ ਹੈ। ਤੇ ਹਿੰਦੂ ਵੀਰ ਕਹਿੰਦੇ ਸਾਰੀ ਦੁਨੀਆ 'ਚ ਰਾਜ ਕਰ ਲਓ ਪਰ ਪੰਜਾਬ 'ਚ ਸਿੱਖਾਂ ਦਾ ਰਾਜ ਰਹਿਣਾ ਚਾਹੀਦਾ ਹੈ। ਸੋ ਕੀ ਸੀ ਉਹ? ਕਲਗੀਆਂ ਤੇ ਤੋੜੇ ਨਹੀਂ ਹੋਣੇ, ਚੰਗੀਆਂ ਸਹੂਲਤਾਂ ਨਹੀਂ ਹੋਣੀਆਂ। ਗੱਲ ਇਹ ਸੀ ਮਹਾਰਾਜਾ ਰਣਜੀਤ ਸਿੰਘ ਕਿਸੇ ਦੇ ਘਰ ਬੁੱਝਦੇ ਚੁੱਲ੍ਹੇ ਨੂੰ ਜਾਣਦਾ ਸੀ। ਮਹਾਰਾਜਾ ਰਣਜੀਤ ਸਿੰਘ ਆਪ ਕੀ ਖਾਂਦਾ ਪਹਿਨਦਾ ਪਾਉਂਦਾ ਸੀ, ਇਹ ਗੱਲ ਮੈਟਰ ਨਹੀਂ ਸੀ ਕਰਦੀ। ਮੈਟਰ ਕਰਦੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਕਿਸੇ ਨੇ ਬਹੁਤ ਕੀਮਤੀ ਕੋਈ ਚੀਜ਼ ਅਰਪਣ ਕਰ ਦਿੱਤੀ ਤੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਪਣ ਕਰ ਦਿੰਦੇ ਸਨ, ਹਾਲਾਂਕਿ ਉਹ ਰਾਜਾ ਸੀ ਉਹ ਵਕਤ ਦਾ। ਸੋ ਇਹ ਬਹੁਤ ਜ਼ਰੂਰਤ ਵਾਲੀਆਂ ਗੱਲਾਂ ਔਰ ਇਹਨੂੰ ਵਾਚਣ ਦੀ ਲੋੜ ਹੈ। ਧੰਨਵਾਦ ਆਪ ਸਭਨਾਂ ਦਾ। ਆਪ ਜੀ ਦੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਭੁੱਲ ਚੁੱਕ ਲਿਖੇ ਮਾਂ ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।